ਕਰੋਨਾ ਦੇ ਹਾਲਾਤ ਯਕੀਨਨ ਹੀ ਬਹੁਤ ਵਿਗੜੇ ਹੋਏ ਨੇ। ਜਿਹੜੇ ਲੋਕ ਪਿਛਲੇ ਸਾਲ ਤੱਕ ਕੁਝ ਇਹ ਕਹਿੰਦੇ ਸੀ ਕਿ ਇਹੋ ਜਿਹੀ ਬਿਮਾਰੀ ਕੋਈ ਨਹੀਂ, ਐਵੇਂ ਹੋਊਗਾ ਬਣਾ ਦਿੱਤਾ ਗਿਆ, ਡਰਾ ਦਿੱਤਾ ਗਿਆ, ਉਹਨਾਂ ਨੂੰ ਆਪਣੇ ਵਿਚਾਰ ਬਦਲਣੇ ਪੈ ਰਹੇ ਨੇ। ਕਈ ਜਗ੍ਹਾ ਤੇ ਵੱਡੇ ਵੱਡੇ ਸ਼ੈੱਡ ਬਣਾ ਕੇ ਉੱਚੀਆਂ ਚਾਦਰਾਂ ਪਾ ਦਿੱਤੀਆਂ ਗਈਆਂ ਨੇ ਤਾਂ ਕਿ ਬਲਦੇ ਹੋਏ ਸਿਵਿਆਂ ਦੀ ਅੱਗ ਤੇ ਉਹਨਾਂ ਦੀ ਗਿਣਤੀ ਦਾ ਕੋਈ ਡਰੋਨ ਨਾਲ ਅੰਦਾਜ਼ਾ ਨਾ ਲਾ ਸਕੇ। ਭਾਰਤ ਵਾਸੀਆਂ ਨੂੰ ਇਹ ਸੋਚਣਾ ਪਏਗਾ ਕਿ ਅਸੀਂ ਟੀਕੇ ਲਗਵਾਉਣੇ ਹਨ ਤੇ ਕਿਹੜੇ ਲਗਵਾਉਣੇ। ਅਜੇ ਲੋਕਾਂ ਦਾ ਯਕੀਨ ਵੱਜ ਨਹੀਂ ਰਿਹਾ। ਕਿਸਾਨ ਬੈਠੇ ਹੋਏ ਨੇ ਬੜੇ ਹੌਸਲੇ ਨਾਲ ਤੇ ਦੁਬਾਰਾ ਜਥੇਬੰਦੀਆਂ ਜ਼ੋਰ ਮਾਰ ਰਹੀਆਂ ਨੇ ਕਿ ਅਸੀਂ ਕਿਸੇ ਤਰੀਕੇ ਹੁਣ ਦੁਬਾਰਾ ਲਾਈਨ ਅਪ ਕਰਕੇ ਸਾਰੇ ਨੌਜਵਾਨੀ ਨੂੰ ਤੇ ਹਰ ਇੱਕ ਕਿਸਾਨ ਨੂੰ ਉੱਥੇ ਇੱਕ ਵਾਰੀ ਫੇਰ ਲੈ ਕੇ ਜਾਈਏ ਤੇ ਜ਼ੋਰ ਮਾਰੀਏ ਤੇ ਦੇਖੀਏ ਕੀ ਬਣਦਾ। ਸਰਕਾਰ ਨੇ ਕਿਹਾ ਸੀ ਕਿ ਆਪਰੇਸ਼ਨ ਕਲੀਨ, ਪਰ ਕਿਸਾਨਾਂ ਨੇ ਉਸ ਦਾ ਜਵਾਬ ਆਪਰੇਸ਼ਨ ਸ਼ਕਤੀ ਦੇ ਰੂਪ ਦੇ ਵਿੱਚ ਦਿੱਤਾ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਇਹ ਕਲੀਨ ਦੇ ਵਿੱਚ ਸਾਨੂੰ ਲੈ ਕੇ ਨਾ ਆਇਓ, ਅਸੀਂ ਆਪਣੀ ਕੋ ਪਲੈਨਿੰਗ ਕਰ ਰਹੇ ਹਾਂ। ਇੱਕ ਜਗ੍ਹਾ ਤੇ 21 ਆੜਤੀਆਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਗਏ ਨੇ ਤੇ ਇਹ ਸਿਸਟਮ ਨੂੰ ਖਤਮ ਕਰਕੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਵੱਲ ਲੈ ਜਾਈਏ ਤੇ ਫਿਰ ਪਤਾ ਨਹੀਂ ਕੌਣ ਸਿੱਧੀ ਅਦਾਇਗੀ ਕਰੇ ਤੇ ਕੌਣ ਨਾ ਕਰੇ, ਅਡਾਨੀ ਕਰੇ ਕਿ ਅੰਬਾਨੀ ਕਰੇ। ਇਹ ਵੀ ਕਨਸੋਆਂ ਨੇ ਕਿ ਸਿੱਧੂ ਜੋੜਾ ਅੰਮ੍ਰਿਤਸਰ ਤੋਂ ਲੈ ਕੇ ਹੁਣ ਪਟਿਆਲਾ ਵੱਲ ਨੂੰ ਸ਼ਾਇਦ ਰੁਖ ਕਰਦਾ ਹੋਇਆ ਨਜ਼ਰ ਆਵੇ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕਰੋਨਾ ਮਹਾਮਾਰੀ ਨੇ ਇਸ ਵੇਲੇ ਪੂਰੇ ਵਿਸ਼ਵ ਨੂੰ ਆਪਣੇ ਕਲਾਵੇ 'ਚ ਲੈ ਲਿਆ ਹੈ। ਕੀ ਹੈ ਮੌਜੂਦਾ ਸਥਿਤੀ, ਟੀਕਾਕਰਨ ਦਾ ਕੀ ਹਾਲ ਚਾਲ ਹੈ ਤੇ ਸਰਕਾਰਾਂ ਹੁਣ ਕੀ ਕਹਿ ਰਹੀਆਂ ਨੇ, ਇਸ ਬਾਰੇ ਵਿਸਥਾਰ 'ਚ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਉਧਰ ਸੂਬੇ ਦੇ ਵਿੱਚ ਕਣਕ ਦੀ ਖਰੀਦ ਪੂਰੇ ਜ਼ੋਰਾਂ ਸ਼ੋਰਾਂ ਤੇ ਹੈ। ਕੀ ਸਰਕਾਰ ਕਿਸਾਨਾਂ ਨਾਲ ਕੀਤੇ ਹੋਏ ਆਪਣੇ ਕਾਲ ਪੂਰੇ ਕਰ ਰਹੀ ਹੈ? ਕਿਤੇ ਕਿਸਾਨ ਮੰਡੀਆਂ 'ਚ ਤਾਂ ਨਹੀਂ ਰੁਲ ਰਿਹਾ? ਇਹਦੇ ਬਾਰੇ ਵੀ ਆਪਣੇ ਮਾਹਿਰ ਮਹਿਮਾਨ ਦੇ ਨਾਲ ਗੱਲਬਾਤ ਕਰਾਂਗੇ। ਉਧਰ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫੇ ਵਾਲਾ ਕੇਸ ਕਿੱਥੇ ਤੱਕ ਪਹੁੰਚਿਆ ਹੈ? ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਵਾਂਗੇ। ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਭ ਲਈ। ਕੁਲਦੀਪ ਜੀ, ਅੱਜ ਮੁੱਦੇ ਤਾਂ ਬੜੇ ਨੇ ਪਰ ਇਸ ਵੇਲੇ ਸਭ ਤੋਂ ਚਿੰਤਾਜਨਕ ਵਿਸ਼ਾ ਜਿਹੜਾ ਕਰੋਨਾ ਮਹਾਮਾਰੀ ਦਾ, ਉਸ ਤੋਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਸਰਕਾਰਾਂ ਕੀ ਕਰ ਰਹੀਆਂ ਨੇ? ਕਰੋਨਾ ਦੇ ਹਾਲਾਤ ਯਕੀਨਨ ਹੀ ਬਹੁਤ ਵਿਗੜੇ ਹੋਏ ਨੇ ਜੀ। ਜਿਹੜੇ ਲੋਕ ਪਿਛਲੇ ਸਾਲ ਤੱਕ ਕੁਝ ਇਹ ਕਹਿੰਦੇ ਸੀ ਕਿ ਇਹੋ ਜਿਹੀ ਬਿਮਾਰੀ ਕੋਈ ਨਹੀਂ, ਐਵੇਂ ਹੋਊਗਾ ਬਣਾ ਦਿੱਤਾ ਗਿਆ, ਡਰਾ ਦਿੱਤਾ ਗਿਆ ਜੀ, ਉਹਨਾਂ ਨੂੰ ਆਪਣੇ ਵਿਚਾਰ ਬਦਲਣੇ ਪੈ ਰਹੇ ਨੇ। ਜਾਂ ਉਹਨਾਂ ਨੂੰ ਆਸੇ-ਪਾਸਿਓਂ ਇਲਮ ਹੋ ਗਿਆ ਤੇ ਜਾਂ ਉਹਨਾਂ ਤੇ ਆਪ ਤੇ ਇਦਾਂ ਦੀ ਆਫਤ ਆ ਪਈ ਜਿਸ ਕਰਕੇ ਉਹਨਾਂ ਨੂੰ ਇਸ ਗੱਲ ਤੇ ਯਕੀਨ ਕਰਨਾ ਪੈ ਗਿਆ। ਬਿਮਾਰੀ ਹੈ, ਜ਼ਰੂਰ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਇਸ ਬਾਰੇ ਅਜੇ ਬਹੁਤ ਸਾਰੀਆਂ ਗੱਲਾਂ ਕਲੀਅਰ ਨਹੀਂ ਕਿ ਕਿਸ ਤਰ੍ਹਾਂ ਇਸ ਦਾ ਕੰਮ ਕਰਦੀ ਹੈ ਬਿਮਾਰੀ, ਇਹੋ ਕੀ ਇਸ ਦਾ ਪ੍ਰਕੋਪ ਹੈ ਤੇ ਕਿਸ ਤਰ੍ਹਾਂ ਨੁਕਸਾਨ ਕਰੇਗੀ। ਅਜੇ ਬਹੁਤ ਸਾਰੀਆਂ ਥਿਊਰੀਜ਼ ਬਰਾਬਰ ਚੱਲ ਰਹੀਆਂ ਨੇ। ਜਿਹੜੀਆਂ ਗੱਲਾਂ ਪਿਛਲੇ ਸਾਲ ਦੇ ਅੱਧ ਦੇ ਵਿੱਚ ਕਹੀਆਂ ਜਾ ਰਹੀਆਂ ਸੀ, ਕਈ ਗੱਲਾਂ ਵੱਲ ਉਹਨਾਂ ਵੱਲ ਹੁਣ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਉਸ ਦੇ ਤੌਰ ਤਰੀਕੇ ਬਦਲਦੇ ਜਾ ਰਹੇ ਨੇ। ਕਦੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਹਵਾ ਵਿੱਚ ਹੀ ਜ਼ਿਆਦਾ ਫੈਲਦਾ ਤੇ ਕਦੀ ਕਹਿ ਦਿੱਤਾ ਜਾਂਦਾ ਕਿ ਹਵਾ ਵਿੱਚ ਨਹੀਂ ਤੇ ਸੰਪਰਕ ਨਾਲ ਹੀ ਫੈਲਦਾ। ਸੋ ਥਿਊਰੀਆਂ ਬਦਲ ਰਹੀਆਂ ਨੇ ਪਰ ਬਿਮਾਰੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਭਾਰਤ ਦੀ ਅਗਰ ਗੱਲ ਕਰੀਏ ਤਾਂ 3.25 ਲੱਖ ਕੇਸ ਰੋਜ਼ ਦੇ ਨਵੇਂ ਜਿਹੜੇ ਨੇ ਰਜਿਸਟਰ ਹੋ ਰਹੇ ਨੇ। ਮਰੀਜ਼ ਠੀਕ ਵੀ ਹੋ ਰਹੇ ਨੇ ਤੇ ਮੌਤਾਂ ਦੀ ਗਿਣਤੀ ਬਹੁਤ ਵੱਧ ਰਹੀ ਹੈ। ਮੌਤਾਂ ਦੇ ਬਾਰੇ ਇਹ ਦੱਸਿਆ ਜਾ ਰਿਹਾ ਹੈ ਕਿ ਕਈ ਸੂਬਿਆਂ ਦੇ ਵਿੱਚ ਮੌਤਾਂ ਦੇ ਅੰਕੜੇ ਲੁਕੋਏ ਜਾ ਰਹੇ ਨੇ। ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਸਰਕਾਰ ਦੇ ਨਾਲ ਬਹੁਤ ਖਿੱਚੋਤਾਣ ਹੈ ਕੇਂਦਰ ਸਰਕਾਰ ਦੀ, ਕਿਉਂਕਿ ਉਹਨਾਂ ਦੀ ਕਦੇ ਭਾਈਵਾਲ ਹੋਇਆ ਕਰਦੀ ਸੀ ਪਾਰਟੀ ਸ਼ਿਵ ਸੈਨਾ ਤੇ ਅੱਜ ਉਹ ਆਪਣੀ ਸਰਕਾਰ ਬਣਾ ਕੇ ਬੈਠੇ ਨੇ ਕਾਂਗਰਸ ਤੇ ਹੋਰਨਾਂ ਦੇ ਸਹਿਯੋਗ ਨਾਲ। ਰਾਜਨੀਤੀ ਬਰਾਬਰ ਚੱਲ ਰਹੀ ਹੈ। ਲਖਨਊ ਦੇ ਵਿੱਚ ਕੇਸ ਆਏ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਸ਼ਮਸ਼ਾਨ ਘਾਟਾਂ ਹਨ ਉਹਨਾਂ ਦੀਆਂ ਚਿਮਨੀਆਂ ਪਿਘਲ ਗਈਆਂ ਨੇ ਜਿੱਥੇ ਇੰਨੇ ਜ਼ਿਆਦਾ ਗਿਣਤੀ ਸੰਸਕਾਰ ਕੀਤੇ ਜਾ ਰਹੇ ਨੇ। ਗੁਜਰਾਤ ਦੇ ਵਿੱਚ ਉਡੀਕ ਕਰਨੀ ਪੈ ਰਹੀ ਹੈ। ਮੁਸਲਮਾਨ ਭਾਈਚਾਰੇ ਨੂੰ ਤੇ ਈਸਾਈ ਭਾਈਚਾਰੇ ਨੂੰ ਜਿਹੜੇ ਦਫਨਾਉਂਦੇ ਨੇ ਉਹਨਾਂ ਨੂੰ ਦਫਨਾਉਣ ਦੀ ਸਮੱਸਿਆ ਆ ਰਹੀ ਹੈ ਤੇ ਸਮੂਹਿਕ ਸੰਸਕਾਰ ਕਰਨ ਤੱਕ ਗੱਲ ਪਹੁੰਚ ਗਈ ਹੈ। ਹੁਣ ਇਹ ਵੀ ਖਬਰਾਂ ਆ ਰਹੀਆਂ ਨੇ ਕਈ ਜਗ੍ਹਾ ਤੇ ਵੱਡੇ ਵੱਡੇ ਸ਼ੈੱਡ ਬਣਾ ਕੇ ਉੱਚੀਆਂ ਚਾਦਰਾਂ ਪਾ ਦਿੱਤੀਆਂ ਗਈਆਂ ਨੇ ਤਾਂ ਕਿ ਬਲਦੇ ਹੋਏ ਸਿਵਿਆਂ ਦੀ ਅੱਗ ਤੇ ਉਹਨਾਂ ਦੀ ਗਿਣਤੀ ਦਾ ਕੋਈ ਡਰੋਨ ਨਾਲ ਅੰਦਾਜ਼ਾ ਨਾ ਲਾ ਸਕੇ, ਕੋਈ ਸੈਟੇਲਾਈਟ ਫੋਟੋਆਂ ਨਾ ਲੈ ਸਕੇ, ਉਹਨਾਂ ਨੂੰ ਢੱਕ ਦਿੱਤਾ ਗਿਆ। ਹੁਣ ਸਥਿਤੀ ਉਲਟ ਗਈ ਹੈ। ਇੱਕ ਦਿਨ ਅੱਗੇ ਵੀ ਜ਼ਿਕਰ ਕੀਤਾ ਸੀ, ਉਲਟ ਕਿਵੇਂ ਗਈ ਹੈ
ਕਿ ਪਿਛਲੇ ਸਾਲ ਇਹ ਕਿਹਾ ਜਾ ਰਿਹਾ ਸੀ ਕਿ ਮਰੀਜ਼ ਹਨ ਨਹੀਂ ਤੇ ਮਰੀਜ਼ਾਂ ਦੀ ਗਿਣਤੀ ਵਧਾ ਕੇ ਦੱਸੀ ਜਾ ਰਹੀ ਹੈ ਜੀ ਜੀ ਤੇ ਹੁਣ ਮੌਤਾਂ ਦੀ ਗਿਣਤੀ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ, ਸਰਕਾਰਾਂ ਤੇ ਇਲਜ਼ਾਮ ਲੱਗ ਰਹੇ ਨੇ, ਇੱਕ ਨਹੀਂ ਕਈਆਂ ਤੇ। ਜੀ ਯੂਪੀ ਸਰਕਾਰ ਹੈ, ਗੁਜਰਾਤ ਸਰਕਾਰ ਹੈ, ਮਹਾਰਾਸ਼ਟਰ ਸਰਕਾਰ ਹੈ, ਹੋਰਨਾਂ ਤੇ ਵੀ ਹੋਣਗੇ ਕਿ ਉਹ ਗਿਣਤੀ ਘਟਾ ਕੇ ਦੱਸ ਰਹੇ ਨੇ। ਬਿਲਕੁਲ ਬਦਨਾਮੀ ਹੋ ਰਹੀ ਹੈ ਕਿ ਉਹਨਾਂ ਵੱਲੋਂ ਕੋਈ ਸਿਸਟਮ ਜਿਹੜਾ ਇਹੋ ਜਿਹਾ ਨਹੀਂ ਪੈਦਾ ਕੀਤਾ ਗਿਆ। ਜੀ ਜੀ ਹੁਣ ਕਰੋਨਾ ਦੇ ਮਾਮਲੇ ਦੇ ਵਿੱਚ ਪੰਜਾਬ ਨੇ ਬਹੁਤ ਸਾਰੀਆਂ ਨਵੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਲਾਉਣ ਦਾ ਐਲਾਨ ਕੀਤਾ। ਜੀ ਮੈਂ ਫਿਰ ਯਾਦ ਕਰਾ ਦੇਵਾਂ ਕਿ ਪਿਛਲੇ ਸਾਲ ਵੀ ਜਦੋਂ ਦੇਸ਼ ਭਰ ਦੇ ਵਿੱਚ ਲੋਕਡਾਊਨ ਲੱਗਾ ਸੀ ਤੇ ਪੰਜਾਬ ਨੇ ਪਹਿਲ ਕੀਤੀ ਸੀ। ਜੀ ਬਿਲਕੁਲ ਪੰਜਾਬ ਨੇ ਕਰਫਿਊ ਲਾ ਦਿੱਤਾ ਸੀ ਬਿਲਕੁਲ ਤੇ ਮੋਦੀ ਸਾਹਿਬ ਨੇ ਤਾਂ ਇੱਕ ਦਿਨ ਦਾ ਲੋਕਡਾਊਨ ਲਾ ਕੇ ਛੁੱਟੀ ਕਰ ਦਿੱਤੀ ਸੀ ਤੇ ਅਮਰਿੰਦਰ ਸਿੰਘ ਜੀ ਨੇ ਅਗਲੇ ਦਿਨ ਹੀ ਪੱਕਾ ਕਰਫਿਊ ਲਾ ਦਿੱਤਾ। ਜੀ ਖੈਰ ਉਸ ਕਰਫਿਊ ਦੇ ਨੁਕਸਾਨ ਵੀ ਬਹੁਤ ਹੋਏ ਪਰ ਸਿਸਟਮ ਬਣਾਉਣ ਦਾ ਯਤਨ ਕੀਤਾ ਗਿਆ। ਜੀ ਜੀ ਕਣਕ ਦੀ ਵਾਢੀ ਵੀ ਉਸ ਤੋਂ ਬਾਅਦ ਹੋਈ ਹੈ। ਹੋਰ ਬਹੁਤ ਸਾਰੀਆਂ ਫਸਲਾਂ ਸਾਂਭਣ ਦਾ ਪ੍ਰਬੰਧ ਜਿਹੜਾ ਸੀ ਉਹ ਵੀ ਹੋਇਆ ਜੀ ਤੇ ਪੁਲਿਸ ਮਹਿਕਮਾ ਤੇ ਹੋਰਨਾਂ ਮਹਿਕਮਿਆਂ ਨੂੰ ਦਿਨ ਰਾਤ ਕੰਮ ਕਰਨਾ ਪਿਆ ਤੇ ਫਿਰ ਅਸੀਂ ਇਸ ਸਥਿਤੀ ਵਿੱਚ ਆ ਗਏ ਕਿ ਹੌਲੀ ਹੌਲੀ ਲੋਕਡਾਊਨ ਖੁੱਲ ਗਿਆ ਔਰ ਜਿਹੜੀਆਂ ਸੰਸਥਾਵਾਂ ਸੀ ਉਹ ਖੁੱਲ ਗਈਆਂ, ਸਕੂਲ ਵੀ ਖੁੱਲ ਗਏ ਜੀ। ਤੇ ਹੋਰ ਕਈ ਜਗ੍ਹਾ ਤੇ ਦਫ਼ਤਰ ਵੀ ਜਿਹੜੇ ਸੀ, ਬੈਂਕਾਂ ਵੀ ਸੀ, ਸਾਰੀਆਂ ਖੁੱਲ ਗਈਆਂ। ਅੱਜ ਉਸ ਸਥਿਤੀ ਵੱਲ ਨੂੰ ਦੁਬਾਰਾ ਨਹੀਂ ਜਾ ਰਹੇ, ਸ਼ਾਇਦ ਇਸ ਕਰਕੇ ਕਿਉਂਕਿ ਲੋਕਡਾਊਨ ਨੇ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਕੀਤਾ, ਬਹੁਤ ਵੱਡੇ ਪੱਧਰ ਤੇ ਬੇਰੁਜ਼ਗਾਰੀ ਪੈਦਾ ਕੀਤੀ ਹੈ। ਜੀ ਦਿੱਲੀ ਦੇ ਵਿੱਚ ਮਾੜੇ ਹਾਲਾਤ ਨੇ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਇਹ ਕਹਿ ਰਹੇ ਨੇ ਕਿ ਦੇਖੋ ਤੁਸੀਂ ਜਾਓ ਨਾ ਇੱਥੋਂ, ਅਸੀਂ ਤੁਹਾਡਾ ਖਾਸ ਖਿਆਲ ਰੱਖਾਂਗੇ, ਤੁਹਾਡੇ ਸਿਹਤ ਦਾ ਵੀ ਪ੍ਰਬੰਧ ਕਰਾਂਗੇ ਜੀ ਤੇ ਤੁਹਾਡੇ ਖਾਣ ਪੀਣ ਦਾ ਵੀ ਇੰਤਜ਼ਾਮ ਕਰਾਂਗੇ। ਜੀ ਉਹ ਉਹਨਾਂ ਮਜ਼ਦੂਰਾਂ ਦੀ ਗੱਲ ਕਰ ਰਹੇ ਨੇ ਜਿਹੜੇ ਯੂਪੀ ਤੇ ਬਿਹਾਰ ਤੋਂ ਉੱਥੇ ਆ ਕੇ ਬੈਠੇ ਹੋਏ ਨੇ। ਬਿਲਕੁਲ ਸਭ ਤੋਂ ਮਾੜਾ ਹਾਲ ਦਿੱਲੀ ਦੇ ਵਿੱਚ ਬਿਹਾਰ ਤੇ ਯੂਪੀ ਦੇ ਮਜ਼ਦੂਰਾਂ ਦਾ ਹੋਇਆ ਬਿਲਕੁਲ ਬਿਲਕੁਲ ਔਰ ਪੰਜਾਬ ਦੇ ਵਿੱਚ ਕਿਸਾਨੀ ਨਾਲ ਸੰਬੰਧਿਤ ਬਹੁਤ ਸਾਰੀ ਲੇਬਰ ਆਉਂਦੀ ਹੈ। ਉਹ ਵਿਚਾਰੇ ਬੈਠੇ ਰਹੇ ਜਿਨ੍ਹਾਂ ਡੇਰਿਆਂ ਤੇ ਬੈਠੇ ਹੋਏ ਸਨ। ਝੋਨੇ ਦੀ ਲਵਾਈ ਵੀ ਇਸੇ ਸੀਜ਼ਨ ਦੇ ਝੋਨੇ ਲੋਕਡਾਊਨ ਦੇ ਸੀਜ਼ਨ ਦੇ ਵਿੱਚ ਹੀ ਹੋਈ ਹੈ ਜੀ ਜੀ ਔਰ ਉਹਨਾਂ ਨੂੰ ਸਪੈਸ਼ਲ ਪਰਮਿਸ਼ਨ ਦਿੱਤੀਆਂ ਗਈਆਂ। ਲੇਬਰ ਫੇਰ ਬਹੁਤ ਆਈ ਹੈ। ਸੋ ਸਥਿਤੀ ਇਹੋ ਜਿਹੀ ਹੈ। ਪੰਜਾਬ ਦੇ ਵਿੱਚ ਜੋ ਨਵੀਆਂ ਗਾਈਡਲਾਈਨਸ ਨੇ ਉਹਨਾਂ ਦੇ ਤਹਿਤ ਇੱਕ ਤਾਂ ਰਾਤ ਦਾ ਕਰਫਿਊ ਜਿਹੜਾ ਹੈ ਉਸ ਦਾ ਸਮਾਂ 1 ਘੰਟਾ ਵਧਾ ਦਿੱਤਾ ਗਿਆ। ਜੀ ਹੁਣ ਕਈ ਲੋਕ ਪੁੱਛਦੇ ਨੇ ਕਿ ਰਾਤ ਨੂੰ ਕਰੋਨਾ ਜਿਹੜਾ ਹੈ ਅੰਦਰ ਲੁਕ ਜਾਂਦਾ ਹੈ, ਰਾਤ ਨੂੰ ਕਰਫਿਊ ਲਾਉਣ ਦਾ ਕੀ ਕੰਮ ਹੈ। ਬਿਲਕੁਲ ਮੈਂ ਥੋੜਾ ਜਿਹਾ ਦੱਸ ਦੇਵਾਂ, ਇਹ ਕਈ ਵਾਰੀ ਇੱਕ ਕਿਸਮ ਦੇ ਇਲੂਜਨ ਹੁੰਦੇ ਨੇ, ਕਈ ਵਾਰੀ ਥੋੜਾ ਜਿਹਾ ਕੋਈ ਪ੍ਰਭਾਵ ਦੇਣਾ ਹੁੰਦਾ ਕਿਸੇ ਗੱਲ ਦਾ। ਮੈਂ ਸਰਕਾਰ ਦੀ ਤਰਫਦਾਰੀ ਨਹੀਂ ਕਰ ਰਿਹਾ ਪਰ ਸਮਝਣ ਦੀ ਲੋੜ ਹੈ। ਜੇ ਰਾਤ ਨੂੰ ਕਰਫਿਊ ਹੈ ਇਸ ਦਾ ਮਤਲਬ ਹੈ ਭਾਈ ਆਪਣੇ ਕੰਮ ਨਿਬੇੜੋ, ਕੋਈ ਖਤਰਨਾਕ ਚੀਜ਼ ਹੈ। ਥੋੜਾ ਜਿਹਾ ਲੋਕਾਂ ਨੂੰ ਇੱਕ ਤਰ੍ਹਾਂ ਦੇ ਜਾਗਰੂਕ ਕਰਨ ਲਈ, ਉਹਨਾਂ ਨੂੰ ਇੱਕ ਯਾਦ ਕਰਾਉਣ ਲਈ ਕਿ ਕੁਝ ਨਾ ਕੁਝ ਹੈ, ਇਸ ਤੋਂ ਬਚਿਆ ਜਾਵੇ। ਇਸ ਕਰਕੇ ਗਾਈਡਲਾਈਨਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਨੇ। ਰੈਸਟੋਰੈਂਟਾਂ ਦੇ ਵਿੱਚੋਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪਾਬੰਦੀ ਲਾਈ ਗਈ ਹੈ ਕਿ ਉਥੋਂ ਟੇਕ ਆਊਟ ਹੋ ਸਕਦਾ, ਉੱਥੇ ਬੈਠ ਕੇ ਨਹੀਂ ਖਾ ਸਕਦੇ। ਜਿਹੜੇ ਇਕੱਠ ਹੁੰਦੇ ਨੇ, ਪਹਿਲਾਂ ਇਕੱਠ ਜਿਹੜੇ ਹੋ ਰਹੇ ਸੀ, ਧੱਜੀਆਂ ਉਡਾਈਆਂ ਗਈਆਂ ਲੋਕਾਂ ਵੱਲੋਂ। ਬਹੁਤ ਸਾਰੇ ਇਸ ਤਰ੍ਹਾਂ ਦੇ ਵਿਆਹ ਦੀਆਂ ਰਸਮਾਂ, ਇਹਨਾਂ ਦਿਨਾਂ ਦੇ ਵਿੱਚ ਵਿਆਹਾਂ ਦੇ ਮਹੂਰਤ ਬਹੁਤ ਹੁੰਦੇ ਨੇ ਤੇ ਜਗ੍ਹਾ ਜਗ੍ਹਾ ਤੇ ਵਿਆਹ ਹੋ ਰਹੇ ਨੇ, ਮੈਰਿਜ ਪੈਲਸ ਭਰੇ ਪਏ ਨੇ ਤੇ ਉਹਨਾਂ ਤੇ ਹੁਣ ਸਖਤੀ ਕਰਨ ਦਾ ਐਲਾਨ ਜਿਹੜਾ ਸਰਕਾਰ ਨੇ ਕਰ ਦਿੱਤਾ ਹੈ ਤੇ ਸਖਤੀ ਉਹਨਾਂ ਵੱਲੋਂ ਕੀਤੀ ਜਾਵੇਗੀ। ਇਹ ਕਿਹਾ ਜਾ ਰਿਹਾ ਕਿ ਭਾਵੇਂ ਕਿ ਅੰਤਿਮ ਸੰਸਕਾਰ ਦਾ ਕੋਈ ਮਾਮਲਾ ਹੋਵੇ ਜਾਂ ਵਿਆਹ ਦਾ ਮਾਮਲਾ ਹੋਵੇ, ਵਿਆਹ ਤੁਸੀਂ ਰੱਖੋ, ਬੱਚਿਆਂ ਦੇ ਵਿਆਹ ਕਰੋ, ਹੋਰ ਕੋਈ ਸਮਾਗਮ ਰੱਖਣੇ ਹਨ ਕਰੋ, ਪਰ 20 ਤੋਂ ਵੱਧ ਇਕੱਤਰਤਾ ਨਹੀਂ ਹੋਣੀ ਚਾਹੀਦੀ ਔਰ 20 ਤੋਂ 10 ਤੋਂ ਵੱਧ ਦੀ ਇਕੱਤਰਤਾ ਵਾਸਤੇ ਪ੍ਰਸ਼ਾਸਨ ਤੋਂ ਪਰਮਿਸ਼ਨ ਲੈਣੀ ਪਏਗੀ। ਸੰਸਕਾਰ ਵਾਸਤੇ ਨਹੀਂ, ਬਾਕੀਆਂ ਵਾਸਤੇ ਲੈਣੀ ਪਏਗੀ। ਸੋ ਇਸ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਨੇ। ਕਈ ਜਗ੍ਹਾ ਤੇ 50 ਜਿਹੜਾ ਹੈ ਸਫ਼ਰ ਕਰਨ ਵਾਲੀਆਂ ਬੱਸਾਂ ਦੇ ਵਿੱਚ ਜਾਂ ਟੈਕਸੀਜ਼ ਦੇ ਵਿੱਚ ਜਾਂ ਵੱਡੀਆਂ ਐਂਬੂਲੈਂਸਿਸ ਦੇ ਵਿੱਚ ਜਾਂ ਹੋਰ ਕਈ ਜਿਹੜੇ ਤੌਰ ਤਰੀਕੇ ਹਨ, ਸਾਧਨ ਹਨ ਸਫ਼ਰ ਕਰਨ ਦੇ, ਉਹਨਾਂ ਵਿੱਚ 50% ਦੀ ਸਮਰੱਥਾ ਤੋਂ ਵੱਧ ਜਿਹੜੇ ਮੁਸਾਫਰ ਆ ਉਹ ਨਹੀਂ ਬੈਠ ਸਕਣਗੇ। ਸਰਕਾਰ ਇਹਨੂੰ ਕਿੰਨੀ ਕੁ ਸਖਤੀ ਨਾਲ ਲਾਗੂ ਕਰੇਗੀ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ, ਪਰ ਸਰਕਾਰ ਦਿਨ ਬ ਦਿਨ ਪੈਂਤੜੇ ਉਹਨਾਂ ਨੂੰ ਬਦਲਣੇ ਪੈ ਰਹੇ ਆ। ਕਰੋਨਾ ਹੈ ਤੇ ਲੋਕਾਂ ਦੇ ਹੱਥ ਖੜੇ ਕਰਵਾ ਦਿੱਤੇ ਨੇ ਇਸ ਕਰੋਨਾ ਨੇ, ਇਸ ਵਿੱਚ ਕੋਈ ਸ਼ੱਕ ਨਹੀਂ ਜੀ। ਤੇ ਟੀਕਾਕਰਨ ਦੀ ਕੀ ਸਥਿਤੀ ਹੈ ਇਸ ਵੇਲੇ? ਟੀਕੇ ਕਰਨ ਦੀ ਸਥਿਤੀ ਜਿਹੜੀ ਹੈ, ਇਹ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਟੀਕੇ ਵੱਧ ਤੋਂ ਵੱਧ ਲਗਵਾਓ। ਅਸੀਂ ਵੀ ਕਹਿ ਰਹੇ ਹਾਂ ਆਪਣੇ ਅਦਾਰੇ ਵੱਲੋਂ ਕਿ ਟੀਕੇ ਲਗਵਾਓ, ਪਰ ਟੀਕੇ ਦੇ ਬਾਰੇ, ਕੰਪਨੀਆਂ ਦੇ ਬਾਰੇ ਥੋੜਾ ਜਿਹਾ ਭੰਬਲ ਭੂਸੇ ਦੀ ਸਥਿਤੀ ਬਣੀ ਹੋਈ ਹੈ। ਅਫਵਾਹਾਂ ਵੀ ਬਹੁਤ ਨੇ। ਭਾਰਤ ਬਾਇਓਟੈਕ ਹੈ, ਉਹ ਕਿੱਥੇ ਹੈ, ਕਿੰਨਾ ਲੱਗ ਰਿਹਾ ਹੈ, ਜੋ ਭਾਰਤ ਦਾ ਆਪਣਾ ਵਿਕਸਿਤ ਕੀਤਾ ਹੋਇਆ ਟੀਕਾ, ਇਸ ਬਾਰੇ ਕੁਝ ਪਤਾ ਨਹੀਂ। ਜਿਹੜਾ ਜ਼ਿਆਦਾ ਲੱਗ ਰਿਹਾ ਹੈ ਉਹ ਜਿਹੜਾ ਟੀਕਾ ਹੈ ਉਹ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਹੈ, ਜੋ ਐਸਟਰਾਜੈਨੇਕਾ ਦੇ ਨਾਲ ਰਲ ਕੇ ਬਣਾਇਆ ਗਿਆ। ਆਕਸਫੋਰਡ ਤੇ ਐਸਟਰਾਜੈਨੇਕਾ ਦੀ ਖੋਜ ਹੈ। ਉਸ ਬਾਰੇ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਸ਼ਿਕਾਇਤ ਆਈ ਸੀ ਕਿ ਉਸ ਦੇ ਨਾਲ ਬਲੱਡ ਕਲੌਟਸ, ਖੂਨ ਦੇ ਥੱਕੇ ਬਣਦੇ ਨੇ ਔਰ ਯੂਰਪ ਦੇ ਵਿੱਚ ਕੁਝ ਆਈ ਸ਼ਿਕਾਇਤ ਤੇ ਕਈ ਮੁਲਕਾਂ ਨੇ ਉਸ ਦੀ ਵਰਤੋਂ ਜਿਹੜੀ ਆ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਵਿੱਚ ਬੰਦ ਕਰ ਦਿੱਤੀ ਵੀ ਸ਼ਾਇਦ ਇਸ ਨਾਲ ਕਲੌਟਿੰਗ ਹੋ ਸਕਦੀ ਹੈ। ਪਰ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਜਿਨ੍ਹਾਂ ਟੀਕਿਆਂ ਨਾਲ ਕਲੌਟਿੰਗ ਆਈ ਹੈ ਉਹ ਭਾਰਤ ਵਿੱਚ ਬਣੇ ਹੋਏ ਨਹੀਂ ਬਲਕਿ ਯੂਰਪ ਦੇ ਤਿਆਰ ਕੀਤੇ ਹੋਏ ਸਨ, ਇਸੇ ਕੰਪਨੀ ਦੇ। ਹੁਣ ਇਸ ਕੰਪਨੀ ਦੇ ਟੀਕੇ ਪਹਿਲਾਂ ਤਾਂ ਮੋਦੀ ਸਾਹਿਬ ਬੜਾ ਹੁੱਬ ਕੇ ਆਖਦੇ ਸਨ ਕਿ ਅਸੀਂ ਦੁਨੀਆ ਭਰ ਨੂੰ ਟੀਕੇ ਦੇ ਰਹੇ ਨੇ
ਵੀ ਅਸੀਂ ਉੱਧਰ ਵੀ ਭੇਜਣੇ, ਉੱਧਰ ਵੀ ਭੇਜਣੇ ਤੇ ਸ਼ਾਇਦ ਪਾਕਿਸਤਾਨ ਵੀ ਜਾਣ। ਜੀ ਤੇ ਹੁਣ ਆਪਣੀ ਜ਼ਰੂਰਤ ਦੇ ਲਾਲੇ ਪਏ ਹੋਏ ਨੇ। ਬਿਲਕੁਲ। ਤੇ ਸਰਕਾਰ ਨੇ ਇਹ ਕਹਿ ਦਿੱਤਾ ਕਿ 18 ਸਾਲ ਤੋਂ ਉੱਪਰ ਦੀ ਉਮਰ ਦੇ ਲੋਕ ਜਿਹੜੇ ਹਨ ਉਹ ਹੁਣ ਟੀਕੇ ਉਹਨਾਂ ਲਈ ਖੋਲ੍ਹ ਦਿੱਤੇ ਗਏ ਨੇ। ਉਹ ਕੱਲ੍ਹ ਤੋਂ ਜਾ ਕੇ ਜਿੱਥੇ ਮਰਜ਼ੀ ਲਗਵਾ ਸਕਦੇ ਨੇ। ਪਰ ਇਸ ਵਾਸਤੇ ਸਰਕਾਰ ਜਿਹੜੀ ਆ ਆਪਣਾ ਕੰਟਰੋਲ ਛੱਡਦੀ ਜਾ ਰਹੀ ਹੈ। ਜੀ ਤੇ ਇਹਦੇ ਬਾਰੇ ਮੈਂ ਥੋੜ੍ਹਾ ਜਿਹਾ ਵਿਸਥਾਰ ਦੇਵਾਂਗਾ। ਕਿਸ ਤਰ੍ਹਾਂ ਕੰਟਰੋਲ ਛੱਡਦੀ ਜਾ ਰਹੀ ਹੈ ਕਿ ਇੱਕ ਤਾਂ ਐਕਸਪੋਰਟ ਦੇ ਉੱਪਰ ਸਰਕਾਰ ਨੇ ਕਿਹਾ ਹੋਇਆ ਸੀ ਕਿ ਜਿਹੜੇ ਟੀਕੇ ਐਕਸਪੋਰਟ ਕਰਨੇ ਨੇ ਉਸ ਤੇ 10% ਦੀ ਦਰਾਮਦ ਡਿਊਟੀ ਜਿਹੜੀ ਲੱਗੀ ਹੋਈ ਸੀ। ਹੁਣ ਸੂਤਰਾਂ ਤੋਂ ਪਤਾ ਲੱਗਾ ਕਿ ਉਹ ਡਿਊਟੀ ਹਟਾਉਣ ਜਾ ਰਹੇ ਨੇ ਤਾਂ ਕਿ ਵੱਧ ਤੋਂ ਵੱਧ ਕੰਪਨੀਆਂ ਆਉਣ। ਹੁਣ ਜਿਹੜੀਆਂ ਕੰਪਨੀਆਂ ਉੱਥੋਂ ਆਉਣ ਨੂੰ ਤਿਆਰ ਸੀ, ਮਾਡਰਨਾ ਖਾਸ ਤੌਰ ਤੇ, ਉਹਨਾਂ ਨੇ ਤੇ ਪਹਿਲਾਂ ਹੱਥ ਖੜੇ ਕਰ ਦਿੱਤੇ ਕਿ ਸਾਡੀ ਬੱਸ ਹੈ, ਅਸੀਂ 1 ਬਿਲੀਅਨ ਟੀਕਿਆਂ ਦਾ ਠੇਕਾ ਪਹਿਲਾਂ ਹੀ ਲਿਆ ਹੋਇਆ ਬਹੁਤ ਸਾਰੇ ਮੁਲਕਾਂ ਦੇ ਵਿੱਚ, ਤੇ ਅਸੀਂ ਹੋਰ ਟੀਕੇ ਨਹੀਂ ਵਿਕਸਿਤ ਕਰ ਸਕਦੇ ਇੰਨੀ ਤੇਜ਼ੀ ਨਾਲ ਜਿੰਨੇ ਭਾਰਤ ਨੂੰ ਚਾਹੀਦੇ ਨੇ। ਇਸ ਕਰਕੇ ਅਸੀਂ ਵਾਅਦਾ ਨਹੀਂ ਕਰਦੇ। ਫਾਈਜ਼ਰ ਨੇ ਕਹਿ ਦਿੱਤਾ ਕਿ ਇੰਡੈਮਨਿਟੀ ਬੌਂਡ ਜਿਹੜਾ ਹੈ ਸਾਨੂੰ ਦਿਓ, ਸਾਨੂੰ ਉਸ ਸਥਿਤੀ ਤੋਂ, ਉਤਪੰਨ ਹੋਣ ਵਾਲੇ ਕੇਸਾਂ ਤੋਂ ਤੇ ਲਾਇਬਿਲਿਟੀ ਤੋਂ ਬਚਾਇਆ ਜਾਵੇ ਜਿਹੜੇ ਟੀਕੇ ਨਾਲ ਕੋਈ ਪ੍ਰੋਬਲਮ ਖੜੀ ਹੋਣੀ ਹੈ। ਭਾਰਤ ਸਰਕਾਰ ਇਹ ਕਹਿ ਰਹੀ ਕਿ ਅਸੀਂ ਇਸ ਤਰ੍ਹਾਂ ਦੀ ਗਰੰਟੀ ਨਹੀਂ ਦੇ ਸਕਦੇ। ਜਿਹੜੇ ਟੀਕੇ ਤੁਸੀਂ ਵੇਚਣੇ ਨੇ ਤੇ ਲੋਕਾਂ ਦੇ ਲਾਉਣੇ ਨੇ ਤੇ ਤੁਸੀਂ ਆਪ ਭੁਗਤੋ। ਹੁਣ ਇਹ ਭਾਰਤ ਸਰਕਾਰ ਨੇ ਉਹਨਾਂ ਨੂੰ ਕਹਿ ਦਿੱਤਾ ਸੀ। ਉਹ ਫਾਈਜ਼ਰ ਨੇ ਆਪਣੀ ਐਪਲੀਕੇਸ਼ਨ ਜਿਹੜੀ ਭਾਰਤ ਵਿੱਚ ਆਪਣੇ ਟੀਕੇ ਲਿਆਉਣ ਲਈ ਦਿੱਤੀ ਹੋਈ ਸੀ ਉਹ ਵਾਪਸ ਲੈ ਲਈ ਕਿ ਜੇ ਫਿਰ ਸਰਕਾਰ ਇੰਨੀ ਸਖਤੀ ਵਰਤਣਾ ਚਾਹੁੰਦੀ ਤੇ ਫਿਰ ਅਸੀਂ ਨਹੀਂ ਹੋਣਾ ਚਾਹੁੰਦੇ। ਹੁਣ ਭਰੋਸੇਯੋਗ ਸੂਤਰਾਂ ਤੋਂ ਫਿਰ ਪਤਾ ਲੱਗਾ ਹੈ ਕਿ ਉਹਨਾਂ ਨਾਲ ਦੁਬਾਰਾ ਗੱਲਬਾਤ ਚੱਲ ਰਹੀ ਹੈ ਤੇ ਉਹਨਾਂ ਨੂੰ ਇੱਥੇ ਟੀਕੇ ਉਹਨਾਂ ਦੇ ਜਲਦੀ ਆ ਸਕਦੇ ਨੇ। ਅਜੇ ਪੱਕਾ ਨਹੀਂ ਹੈ। ਸਪੂਤਨਿਕ ਨਾਂ ਦਾ ਟੀਕਾ ਉਹ ਰਸ਼ੀਆ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਪਰ ਭਾਰਤ ਵਿੱਚ ਅਜੇ ਤੱਕ ਉਹ ਪਹੁੰਚਾ ਨਹੀਂ ਤੇ ਲੋਕਾਂ ਤੱਕ ਅਜੇ ਤੱਕ ਨਹੀਂ ਪਹੁੰਚਾ। ਉਹ ਕਦੋਂ ਤੱਕ ਆਵੇਗਾ ਇਸ ਬਾਰੇ ਵੀ ਪਤਾ ਨਹੀਂ। ਹੁਣ ਭਾਰਤ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਲਾਸ ਸਿਸਟਮ ਹੈ। ਅਮੀਰ ਵਰਗ ਜਿਹੜਾ ਜ਼ਿਆਦਾ ਅਮੀਰ ਵਰਗ ਹੈ ਉਹ ਤੇ ਮੁਲਕ ਨੂੰ ਆਪਣੇ ਹਿਸਾਬ ਨਾਲ ਚਲਾਉਂਦਾ, ਆਪਣੇ ਹਿਸਾਬ ਨਾਲ ਖਰਚਦਾ। ਹੁਣ ਭਾਰਤ ਦੇ ਵਿੱਚੋਂ ਇੱਕ ਬੜੀ ਅਜੀਬੋ-ਗਰੀਬ ਰਿਪੋਰਟ ਸਾਹਮਣੇ ਆਈ ਹੈ। ਉਹ ਰਿਪੋਰਟ ਇਹ ਹੈ ਕਿ ਕਈ ਮੁਲਕਾਂ ਦੇ ਵਿੱਚ ਉਹ ਦੂਸਰੀਆਂ ਕੰਪਨੀਆਂ ਦੇ ਟੀਕੇ ਲੱਗ ਰਹੇ ਨੇ, ਜਿਨ੍ਹਾਂ ਵਿੱਚ ਫਾਈਜ਼ਰ ਵੀ ਹੈ, ਮਾਡਰਨਾ ਵੀ ਹੈ ਤੇ ਜੌਨਸਨ ਐਂਡ ਜੌਨਸਨ ਵੀ ਹੈ। ਇਹ ਉਹ ਜਿੱਥੇ ਉਹ ਟੀਕੇ ਲੱਗ ਰਹੇ ਨੇ ਅਮੀਰ ਲੋਕ ਪਤਾ ਕਰ ਲੈਂਦੇ ਨੇ ਆਪਣੇ ਸੋਰਸਿਸ ਦੇ ਥਰੂ। ਦੁਬਈ ਦੇ ਵਿੱਚ ਵੀਜ਼ੇ ਵੀ ਸੌਖੇ ਨੇ ਭਾਰਤੀਆਂ ਨੂੰ ਲੈਣੇ। ਤੇ ਇਹ ਦੱਸਿਆ ਜਾ ਰਿਹਾ ਕਿ ਇਸ ਤਰ੍ਹਾਂ ਦੇ ਕੇਸ ਬਹੁਤ ਆ ਰਹੇ ਨੇ ਕਿ ਅਮੀਰ ਭਾਰਤੀ ਲੋਕ ਦੁਬਈ ਜਾ ਕੇ ਉਹ ਟੀਕੇ ਲਵਾ ਕੇ ਤੇ ਫਿਰ ਵਾਪਸ ਆ ਰਹੇ ਨੇ। ਸੋ ਭਾਰਤ ਵਿੱਚ ਉਹ ਟੀਕਾ ਉਪਲਬਧ ਨਹੀਂ ਹੈ ਤੇ ਇੱਥੇ ਨਹੀਂ ਮਿਲਦਾ, ਠੀਕ ਹੈ, ਅਸੀਂ ਟਿਕਟ ਲੈ ਕੇ ਜਾਵਾਂਗੇ ਤੇ ਉੱਥੋਂ ਲਗਵਾ ਕੇ ਤੇ ਫਿਰ ਵਾਪਸ ਆ ਜਾਵਾਂਗੇ। ਟੀਕਿਆਂ ਦੀ ਕੀਮਤ ਬਾਰੇ ਵੀ ਸਰਕਾਰ ਜਿਹੜੀ ਆ ਥੋੜਾ ਜਿਹਾ ਕੰਟਰੋਲ ਹੌਲੀ-ਹੌਲੀ ਛੱਡਦੀ ਜਾ ਰਹੀ ਹੈ। ਹਾਲਾਂਕਿ ਕੀਮਤ ਤੈਅ ਕੀਤੀ ਹੋਈ ਹੈ ਪਰ ਟੀਕਿਆਂ ਦੇ ਸਟਾਕ ਬਾਰੇ ਸਰਕਾਰਾਂ ਨੇ, ਕੇਂਦਰ ਨੇ ਇਹ ਕਹਿ ਦਿੱਤਾ ਹੈ ਕੰਪਨੀਆਂ ਨੂੰ ਜਿਹੜੀਆਂ ਭਾਰਤ ਵਿੱਚ ਪੈਦਾ ਕਰ ਰਹੀਆਂ ਨੇ ਕਿ ਤੁਸੀਂ ਜਿੰਨੇ ਵੀ ਟੀਕੇ ਪੈਦਾ ਕਰਨੇ ਹਨ ਕਰੋ, ਪਰ ਉਸ ਦਾ 50% ਜਿਹੜਾ ਸਟਾਕ ਹੈ ਉਹ ਕੇਂਦਰ ਸਰਕਾਰ ਵਾਸਤੇ ਰਿਜ਼ਰਵ ਹੋਣਾ ਚਾਹੀਦਾ ਹਰ ਵੇਲੇ। ਬਾਕੀ ਤੁਸੀਂ ਸਟੇਟ ਨੂੰ ਦਿਓ ਜਾਂ ਪ੍ਰਾਈਵੇਟ ਤੌਰ ਤੇ ਪ੍ਰਾਈਵੇਟ ਵੈਂਡਰਸ ਨੂੰ ਦਿਓ, ਹਸਪਤਾਲਾਂ ਨੂੰ ਦਿਓ, ਜਿਹਨੂੰ ਮਰਜ਼ੀ ਦਿਓ, ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ, ਪਰ 50% ਸਟਾਕ ਜਿਹੜਾ ਸਾਡੇ ਕੋਲ ਪੱਕੇ ਤੌਰ ਤੇ ਰਹਿਣਾ ਚਾਹੀਦਾ। ਸੋ ਟੀਕਾਕਰਨ ਦੀ ਸਥਿਤੀ ਜਿਹੜੀ ਹੈ ਉਹ ਗੰਭੀਰ ਹੈ ਤੇ ਟੀਕਾਕਰਨ, ਮੋਦੀ ਸਾਹਿਬ ਨੇ ਵੀ ਇਹ ਕਹਿ ਦਿੱਤਾ ਕਿ ਇੱਕ ਅਜਿਹੀ ਚੀਜ਼ ਹੋ ਸਕਦੀ ਹੈ ਜਿਸ ਦੇ ਨਾਲ ਸਾਡਾ ਬਚਾਅ ਹੋ ਜਾਵੇ। ਜੀ ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਭਾਰਤ ਸਰਕਾਰ ਨੇ ਟੀਕੇ ਵਿਦੇਸ਼ਾਂ ਨੂੰ ਭੇਜ ਕੇ ਆਪਣੀਆਂ ਮੁਲਾਜ਼ੇਦਾਰੀਆਂ ਪੁਗਾ ਲਈਆਂ ਤੇ ਸੂਬਾ ਸਰਕਾਰਾਂ ਹੁਣ ਵੱਡ-ਵੱਡ ਖਾਣ ਡੀਆਂ ਕਿ ਸਾਨੂੰ ਟੀਕੇ ਦਿਓ। ਕੀ ਰਾਮਦੇਵ ਦਾ ਟੀਕਾ ਨਹੀਂ ਸਹਾਈ ਹੋਊਗਾ ਹੁਣ? ਰਾਮਦੇਵ ਦਾ ਟੀਕਾ ਤੇ ਪਤਾ ਨਹੀਂ ਉਹਨੇ ਆਪ ਵੀ ਲਗਵਾਇਆ ਕਿ ਨਹੀਂ ਲਗਵਾਇਆ। ਹਾਲਤ ਮਾੜੀ ਹੈ। ਟੀਕਾਕਰਨ ਦੀ ਸਥਿਤੀ ਦੇ ਵਿੱਚ ਭਾਰਤ ਵਾਸੀਆਂ ਨੂੰ ਇਹ ਸੋਚਣਾ ਪਏਗਾ ਕਿ ਅਸੀਂ ਟੀਕੇ ਲਗਵਾਉਣੇ ਹਨ ਤੇ ਕਿਹੜੇ ਲਗਵਾਉਣੇ ਹਨ। ਸਰਕਾਰ ਦਾ ਫਰਜ਼ ਇਹ ਬਣਦਾ ਹੈ ਕਿ ਜਿਹੜੇ ਵੀ ਟੀਕੇ ਲਾ ਰਹੇ ਨੇ, ਹੁਣ ਪਿੰਡਾਂ ਦੇ ਵਿੱਚ ਅਨਾਉਂਸਮੈਂਟਸ ਹੋ ਰਹੀਆਂ ਨੇ ਪੰਜਾਬ ਵਿੱਚ ਵੀ ਕਿ ਤੁਸੀਂ ਲਗਵਾਓ। ਅਜੇ ਲੋਕਾਂ ਦਾ ਯਕੀਨ ਵੱਜ ਨਹੀਂ ਰਿਹਾ। ਸਥਿਤੀ ਭੰਬਲ-ਭੂਸੇ ਵਾਲੀ ਹੈ। ਪਰ ਇਹ 18 ਸਾਲ ਤੋਂ ਉੱਪਰ ਦੀ ਜਿਹੜੀ ਸਥਿਤੀ ਹੈ ਇਹ ਖਤਮ ਕਰਕੇ ਮੈਂ ਸਮਝਦਾ ਕਿ ਚੰਗਾ ਕੰਮ ਕੀਤਾ। ਐਕਸਪਰਟ ਇਹ ਕਹਿੰਦੇ ਸਨ ਕਿ ਉਹੀ ਲੋਕ ਨੇ 18 ਸਾਲ ਤੋਂ 45 ਸਾਲ ਦੀ ਉਮਰ ਦੇ ਜਿਹੜੇ ਘਰੋਂ ਜ਼ਿਆਦਾ ਬਾਹਰ ਨਿਕਲਦੇ ਨੇ, ਕੰਮ ਕਰਦੇ ਨੇ ਤੇ ਕੰਮ ਕਰਨ ਵਾਲੇ ਨੇ, ਨੌਜਵਾਨ ਨੇ ਤੇ ਉਹਨਾਂ ਦੀ ਇਮਿਊਨਿਟੀ ਵੀ ਬੈਟਰ ਹੈ ਤੇ ਉਹਨਾਂ ਨੂੰ ਤੇ ਜ਼ਿਆਦਾ ਲੋੜ ਹੈ। ਤੇ ਉਹ ਜਿਹੜੇ ਬਜ਼ੁਰਗ ਹਨ ਉਹ ਤੇ ਘਰੋਂ ਨਿਕਲਦੇ ਵੀ ਨਹੀਂ ਤੇ ਨੌਜਵਾਨ ਬਿਮਾਰੀ ਬਾਹਰੋਂ ਲਿਆ ਕੇ ਤੇ ਉਹਨਾਂ ਨੂੰ ਦੇ ਦਿੰਦੇ ਨੇ। ਨੌਜਵਾਨ ਆਪ ਠੀਕ ਰਹਿੰਦੇ ਨੇ ਤੇ ਬਜ਼ੁਰਗਾਂ ਨੂੰ ਖਿਆਈ ਹੁੰਦੀ ਹੈ। ਸੋ ਇਸ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੀ ਸਰਕਾਰ ਨੇ ਜਿਹੜਾ ਫੈਸਲਾ ਲਿਆ 18 ਸਾਲ ਤੋਂ ਉੱਪਰ ਵਾਲਾ, ਇਹ ਵਧੀਆ ਫੈਸਲਾ। ਪਰ ਹੁਣ ਇੱਕ ਇੰਟਰਸਟਿੰਗ ਫੈਕਟ ਜਿਹੜਾ ਇਸ ਵਿੱਚ ਆਵੇਗਾ ਕਿ ਕੀ ਜਿਹੜਾ ਵਿਦੇਸ਼ਾਂ ਵਿੱਚ ਉਤਪੰਨ ਹੋਈ ਸਥਿਤੀ ਸੀ ਕਿ ਐਸਟਰਾਜ਼ੈਨੇਕਾ ਦਾ ਟੀਕਾ ਜਿਹੜਾ ਭਾਰਤ ਵਿੱਚ ਜ਼ਿਆਦਾ ਵੱਡੇ ਪੱਧਰ ਤੇ ਲਾਇਆ ਜਾ ਰਿਹਾ, ਕੀ
ਉਹ ਟੀਕਾ ਲਾਉਣ ਨਾਲ 45 ਸਾਲ ਤੋਂ ਉਮਰ ਤੋਂ ਘੱਟ ਜਿਹੜੀ ਲੋਕਾਂ ਦੀ ਲਾਇਆ ਜਾ ਸੀ ਉਸ ਵਿੱਚ ਉਹਨਾਂ ਵਿੱਚ ਸਮੱਸਿਆ ਦੱਸੀ ਜਾ ਰਹੀ ਸੀ ਕਿ ਭਾਰਤ ਵਿੱਚ ਉਹ ਸਮੱਸਿਆ ਆਵੇਗੀ ਜਾਂ ਨਹੀਂ। ਕੁਲਦੀਪ ਜੀ, ਦਿੱਲੀ ਨੇ ਵੀ ਲੋਕਡਾਊਨ ਲਾਤਾ ਤੇ ਹੁਣ ਰਾਜਸਥਾਨ ਵੀ ਲੋਕਡਾਊਨ ਲਾ ਰਿਹਾ, ਕੀ ਕਹਿਣਾ ਚਾਹੋਗੇ? ਦਿੱਲੀ ਦੇ ਵਿੱਚ ਲੋਕਡਾਊਨ ਲਾ ਦਿੱਤਾ ਗਿਆ ਹੈ 26 ਅਪ੍ਰੈਲ ਤੱਕ। ਕੇਜਰੀਵਾਲ ਨੇ ਸਖਤ ਫੈਸਲਾ ਲਿਆ। ਉਹਨਾਂ ਨੇ ਸਖਤ ਫੈਸਲੇ ਲੈਂਦੇ ਹੋਏ ਕਿਹਾ ਕਿ ਸਾਡੇ ਕੋਲ ਕੰਟਰੋਲ ਨਹੀਂ ਹੋ ਰਿਹਾ। ਉਹਨਾਂ ਇਹ ਤਾਂ ਨਹੀਂ ਲਫ਼ਜ਼ ਵਰਤਿਆ ਕਿ ਸਾਡੇ ਕੋਲ ਕੰਟਰੋਲ ਨਹੀਂ, ਕਿ ਸਥਿਤੀ ਬਹੁਤ ਚਿੰਤਾਜਨਕ ਹੈ ਤੇ 26 ਅਪ੍ਰੈਲ ਤੱਕ ਅਸੀਂ ਸਭ ਕੁਝ ਜਿਹੜਾ ਹੈ ਲੋਕਡਾਊਨ ਵਰਗਾ ਅਸੀਂ ਕਰਨ ਦਾ ਫੈਸਲਾ ਲੈਂਦੇ ਹਾਂ ਜੀ। ਹੁਣ ਇੰਟਰਸਟਿੰਗ ਗੱਲ ਇਸ ਦੇ ਵਿੱਚ ਇਹ ਹੈ, ਮੈਂ ਵਿੱਚ ਦੱਸ ਦੇਵਾਂ, ਹਾਲਾਂਕਿ ਮੁੱਦਾ ਨਹੀਂ ਹੈ, 25 ਅਪ੍ਰੈਲ ਨੂੰ ਉੱਥੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਵੋਟਾਂ ਨੇ ਤੇ ਸਾਡੇ ਕਈ ਆਗੂ ਕਹਿ ਰਹੇ ਨੇ ਕਿ ਵੋਟਾਂ ਨਾ ਕੈਂਸਲ ਕੀਤੀਆਂ ਜਾਣ, ਇਕੱਲੇ ਜਾ ਕੇ ਬੂਥ ਦੇ ਉੱਤੇ ਵੋਟ ਪਾ ਸਕਦੇ ਨੇ। ਖੈਰ, ਵੋਟਾਂ ਵੀ ਜ਼ਰੂਰੀ ਨੇ ਔਰ ਨੇਤਾਵਾਂ ਵਾਸਤੇ ਤੇ ਆਗੂਆਂ ਵਾਸਤੇ, ਇੱਥੋਂ ਉਹ ਵੀ ਪਤਾ ਲੱਗਦਾ। ਹੁਣ ਦਿੱਲੀ ਦੇ ਵਿੱਚ ਲੋਕਡਾਊਨ ਲਾਇਆ ਜਦੋਂ, ਤੇ ਲਾਉਂਦਿਆਂ ਸਾਰੀ ਕੀ ਹੋਇਆ, ਠੇਕਿਆਂ ਤੇ ਲਾਈਨਾਂ ਲੱਗ ਗਈਆਂ। ਚਿੰਤਾ ਪੈ ਗਈ ਉਹਨਾਂ ਨੂੰ ਕਿ ਇਹ ਹਫ਼ਤਾ ਕੱਢਣਾ ਕਿਵੇਂ ਆ। ਨਹੀਂ, ਪਿਛਲੇ ਸਾਲ ਵਾਂਗੂ ਬਾਰ-ਬਾਰ ਜੇ ਲੋਕਡਾਊਨ ਵਧੀ ਗਿਆ ਤੇ ਫਿਰ ਰਹਿਣਾ ਕਿਵੇਂ ਸ਼ਰਾਬ ਤੋਂ ਬਿਨਾਂ ਜੀ। ਸੋ ਇਸ ਤਰ੍ਹਾਂ ਦੇ ਵੀ ਸਥਿਤੀ ਪੈਦਾ ਹੋਈ ਆ। ਰਾਜਸਥਾਨ ਦੇ ਵਿੱਚ ਕਾਂਗਰਸ ਸਰਕਾਰ ਹੈ, ਉਹਨਾਂ ਨੇ ਲਾਤਾ। ਸੋ ਭਾਰਤ ਦੇ ਵਿੱਚ ਕਈ ਜਗ੍ਹਾ ਤੇ ਲੱਗ ਰਿਹਾ। ਚੰਡੀਗੜ੍ਹ ਦੇ ਵਿੱਚ ਇੱਕ ਰਾਮਨੌਮੀ ਦੇ ਮੌਕੇ ਤੇ ਇੱਕ ਜੋ ਸ਼ੋਭਾ ਯਾਤਰਾ ਨਿਕਲਣੀ ਸੀ, ਉਸ ਕਰਕੇ ਮੋਹਾਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਦਾ ਲੋਕਡਾਊਨ ਲਾਤਾ ਹੈ, ਪਾਬੰਦੀ ਲਾਤੀ ਹੈ ਕਿ ਅਜਿਹਾ ਕੋਈ ਕੰਮ ਨਹੀਂ ਹੋਵੇਗਾ। ਸੋ ਸਖਤੀਆਂ ਸਾਰੇ ਪਾਸੇ ਹੋ ਰਹੀਆਂ ਨੇ, ਇਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੋਵੇਗਾ। ਮੈਂ ਸਮਝਦਾ ਕਿ ਅਸੀਂ ਬਹੁਤ ਬਿਹਤਰ ਹੋਵੇਗਾ ਸਾਡੇ ਲਈ ਕਿ ਅਸੀਂ ਜ਼ਿਆਦਾ ਇਸ ਨੂੰ ਸਹੀ ਤਰੀਕੇ ਨਾਲ ਰਹਿਣਾ, ਆਪਣਾ ਲਾਈਫ ਸਟਾਈਲ ਇਸ ਤਰੀਕੇ ਨਾਲ ਬਣਾ ਲਈਏ, ਜ਼ਿਆਦਾ ਸਾਡੇ ਵਾਸਤੇ ਠੀਕ ਰਹੇਗਾ ਜੀ। ਤੇ ਕੁਲਦੀਪ ਜੀ, ਪਿਛਲੇ ਦਿਨੀ ਮੀਡੀਆ 'ਚ ਖਬਰਾਂ ਆ ਰਹੀਆਂ ਕਿ ਆਕਸੀਜਨ ਦਾ ਆਯਾਤ ਕਰਵਾਉਣਾ ਜਾਂ ਦੇਸ਼ ਨੇ, ਤੇ ਉਹਦੀ ਕੀ ਸਥਿਤੀ ਹੈ ਇਸ ਵੇਲੇ? ਆਕਸੀਜਨ ਦੇ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਿਛਲੇ ਸਾਲ ਦੇ ਲੋਕਡਾਊਨ ਤੋਂ ਬਾਅਦ 3 ਨਵੇਂ ਪਲਾਂਟ ਚਾਲੂ ਹੋਏ ਨੇ ਹਸਪਤਾਲਾਂ ਦੇ ਸਹਿਯੋਗ ਦੇ ਨਾਲ, ਤੇ 2 ਹੋਰ ਨਵੇਂ ਲਾਉਣ ਲਈ ਪੰਜਾਬ ਕੱਲੇ ਦੇ ਵਿੱਚ ਮਨਜ਼ੂਰੀ ਜਿਹੜੀ ਹੈ ਉਹ ਕੇਂਦਰ ਸਰਕਾਰ ਦੇ ਟੇਬਲ ਤੇ ਪਈ ਹੋਈ ਹੈ। ਉਹਨਾਂ ਨੇ ਅਜੇ ਤੱਕ ਮੋਹਰ ਨਹੀਂ ਲਾਈ ਕਿ ਤੁਸੀਂ ਪਲਾਂਟ ਆਪਣੇ ਚਾਲੂ ਕਰ ਲਓ ਜੀ। ਹੁਣ ਸਥਿਤੀ ਦੇਖੋ ਕਿ ਕਿੰਨਾ ਪੈਸਾ IPL ਤੇ ਕਿੰਨਾ ਸਟੇਡੀਅਮ ਦੇ ਉੱਪਰ, ਜਿਸ ਦਾ ਨਾਮ ਨਰਿੰਦਰ ਮੋਦੀ ਸਟੇਡੀਅਮ ਰੱਖ ਦਿੱਤਾ ਗਿਆ, ਤੇ ਕਿੰਨਾ ਪੈਸਾ ਸਰਦਾਰ ਪਟੇਲ ਸਟੇਡੀਅਮ ਦੀ ਮੂਰਤੀ ਤੇ ਲਾ ਦਿੱਤਾ ਗਿਆ। ਹੁਣ ਆਕਸੀਜਨ ਦੇ ਪਲਾਂਟ ਭਾਰਤ ਵਿੱਚ ਮੈਡੀਕਲ ਆਕਸੀਜਨ ਜਿਹੜੀ ਹੈ ਉਹ ਨਹੀਂ ਹਨ, ਘੱਟ ਹੈ, ਤੇ ਬਹੁਤ ਮਾੜੀ ਗੱਲ ਹੈ। ਕਮਰਸ਼ੀਅਲ ਆਕਸੀਜਨ ਜਿਹੜੀ ਵੈਲਡਿੰਗ ਵਾਸਤੇ ਜਾਂ ਵਰਤੀ ਜਾਂਦੀ ਹੈ, ਜਾਂ ਕਮਰਸ਼ੀਅਲ ਦੇ ਜਿਹੜੇ ਗੈਸ ਕਟਿੰਗ ਵਾਸਤੇ ਵਰਤੀ ਜਾਂਦੀ ਹੈ, ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਕੱਲ੍ਹ। ਸਥਿਤੀ ਆਕਸੀਜਨ ਦੀ ਕਾਫੀ ਗੰਭੀਰ ਹੈ। ਇਹ ਮੈਂ ਯਾਦ ਰੱਖਣ ਵਾਲੀ ਗੱਲ ਹੈ, ਇੱਥੇ ਸਾਰੇ ਦਰਸ਼ਕਾਂ ਨੂੰ ਮੈਂ ਦੱਸ ਦੇਵਾਂ ਕਿ ਇਹ ਵੈਂਟੀਲੇਟਰ ਨਹੀਂ ਹੈ, ਬਲਕਿ ਇਸ ਨਾਰਮਲ ਆਕਸੀਜਨ ਜਿਹੜੀ ਪੇਸ਼ੈਂਟਸ ਨੂੰ ਦਿੱਤੀ ਜਾਂਦੀ ਹੈ। ਇਹੋ ਜਿਹੀ ਸਥਿਤੀ ਵੀ ਆ ਜਾਂਦੀ ਕਿ ਜਦੋਂ ਆਕਸੀਜਨ ਸਿਲੰਡਰ ਜਿਹੜੇ ਨੇ ਉਹ ਪੇਸ਼ੈਂਟਸ ਨੂੰ ਘਰ ਵਾਸਤੇ ਦੇ ਦਿੱਤੇ ਜਾਂਦੇ ਨੇ ਕਿ ਤੁਸੀਂ ਘਰ ਜਾ ਕੇ ਆਪਣਾ ਲਾ ਕੇ ਆਕਸੀਜਨ ਤੁਸੀਂ ਲੈ ਸਕਦੇ ਹੋ ਤੇ ਰਿਲੈਕਸ ਤੁਸੀਂ ਫੀਲ ਕਰ ਸਕਦੇ ਹੋ, ਹਸਪਤਾਲ ਤੁਹਾਨੂੰ ਆਉਣ ਦੀ ਰਹਿਣ ਦੀ ਲੋੜ ਨਹੀਂ ਹੈ। ਪਰ ਆਕਸੀਜਨ ਦੀ ਸਥਿਤੀ ਇਸ ਵੇਲੇ ਗੰਭੀਰ ਹੈ ਤੇ ਸਰਕਾਰਾਂ ਹੁਣ ਸੋਚ ਰਹੀਆਂ ਨੇ ਇਸ ਪ੍ਰਤੀ, ਤੇ ਅਜੇ ਵੀ ਨਵੇਂ ਪਲਾਂਟ ਲਾਉਣ ਦਾ ਸਮਾਂ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਕਿ ਉਹ ਆਕਸੀਜਨ ਜਿਹੜੀ ਆ ਉਹ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਤੇ ਕੁਲਦੀਪ ਜੀ, ਸਿਹਤ ਅਦਾਰੇ ਇਸ ਵੇਲੇ ਕੀ ਕਰ ਰਹੇ ਨੇ, ਉਹ ਕਿਸ ਗੱਲ ਤੇ ਜ਼ੋਰ ਦੇ ਰਹੇ ਨੇ? ਸਵਲੀਨ ਜੀ, 2001 ਦੇ ਵਿੱਚ ਸਤੰਬਰ 11, ਜਿਸ ਨੂੰ 9/11 ਆਖਿਆ ਜਾਂਦਾ ਹੈ, ਅਮਰੀਕਾ ਦੇ ਵਿੱਚ ਵਰਲਡ ਟ੍ਰੇਡ ਸੈਂਟਰ ਦੇ ਵਿੱਚ, ਨਿਊਯਾਰਕ ਦੇ ਵਿੱਚ ਅੱਤਵਾਦੀ ਹਮਲਾ ਹੋਇਆ। ਪੈਂਟਾਗਨ ਦੀ ਬਿਲਡਿੰਗ ਤੇ ਵੀ ਹੋਇਆ ਜੀ। ਔਰ ਉਹ ਵੱਡੇ ਹਵਾਈ ਹਮਲੇ ਜਿਹੜੇ ਹੋਏ, ਉਹਨਾਂ ਹਮਲਿਆਂ ਤੋਂ ਬਾਅਦ ਇਹ ਕਿਹਾ ਜਾਣ ਲੱਗਾ ਕਿ ਹੁਣ ਹਵਾਈ ਸਫ਼ਰ ਪਹਿਲਾਂ ਵਰਗਾ ਨਹੀਂ ਰਹੇਗਾ, ਤੇ ਨਾ ਰਿਹਾ ਜੀ। ਏਅਰਪੋਰਟਾਂ ਤੇ ਚੈਕਿੰਗ ਪਾਬੰਦੀ ਸਖਤੀਆਂ ਇੰਨੀਆਂ ਜ਼ਿਆਦਾ ਵੱਧ ਗਈਆਂ, ਹਵਾਈ ਸਫ਼ਰ ਮਹਿੰਗਾ ਵੀ ਹੋ ਗਿਆ ਕਿ ਲੋਕਾਂ ਨੂੰ ਜਿਹੜਾ ਮੁਸਾਫਰਾਂ ਨੂੰ ਮੁਸ਼ਕਿਲ ਆਉਣੀ ਸ਼ੁਰੂ ਹੋ ਗਈ। ਏਅਰਲਾਈਨਾਂ ਦੇ ਵੀ ਖਰਚੇ ਵੱਧ ਗਏ, ਏਅਰਪੋਰਟਾਂ ਦੇ ਖਰਚੇ ਵੱਧ ਗਏ। ਉਸ ਇੱਕ ਈਵੈਂਟ ਨੇ ਕਿੰਨਾ ਪ੍ਰਭਾਵ ਸਾਰੀ ਦੁਨੀਆ ਤੇ ਪਾਇਆ ਤੇ ਸਾਰੀ ਦੁਨੀਆ ਦਾ ਨਿਜ਼ਾਮ ਬਦਲ ਕੇ ਰੱਖ ਦਿੱਤਾ। ਇਸ ਕੋਵਿਡ ਤੋਂ ਬਾਅਦ ਵੀ ਇਸੇ ਤਰ੍ਹਾਂ ਦਾ ਹੀ ਆਖਿਆ ਜਾਣ ਲੱਗਾ। ਹੁਣ ਇਸ ਬਿਮਾਰੀ ਦਾ ਨਾਮ ਅਸੀਂ ਤੇ ਭਾਰਤ ਦੇ ਵਿੱਚ ਗੱਲ ਕਰਦੇ ਕਹਿੰਦੇ ਨੇ ਕਿ ਕਰੋਨਾ ਬਿਲਕੁਲ ਕੋਵਿਡ-19 ਕੋਵਿਡ-19 ਭਾਵ 2019 ਦੇ ਵਿੱਚ ਹੀ ਆਈ ਸੀ ਜੀ, ਤੇ 2021 ਆ ਗਿਆ ਬਿਲਕੁਲ। ਤੇ ਮਾਹਿਰ ਇਹ ਕਹਿ ਰਹੇ ਸੀ ਕਿ ਟੀਕਾ ਆਉਣ ਦੇ ਵਿੱਚ 8-10 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਤੇ ਸਾਲ ਦਾ ਵੀ ਲੱਗ ਸਕਦਾ, ਕਿ ਕੋਈ ਟ੍ਰਾਇਲ ਪੀਰੀਅਡ ਪੂਰੇ ਕਰਨੇ ਹੁੰਦੇ ਨੇ, ਲੱਗ ਜਾਂਦਾ ਹੈ। ਉਹ ਸਮਾਂ ਵੀ ਆ ਗਿਆ ਤੇ ਉਸ 1 ਸਾਲ ਵੀ ਟੱਪ ਗਿਆ, ਤੇ WHO ਨੇ ਕੁਝ ਨਵੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ ਜੋ ਪਿਛਲੇ ਸਾਲ ਉਹਨਾਂ ਨੇ ਕੀਤੀਆਂ ਸੀ। ਇੱਕ ਤਾਂ ਮੈਂ ਉਹ ਦੱਸ ਦੇਵਾਂ, ਅਗਸਤ ਮਹੀਨੇ ਵਿੱਚ WHO ਦੇ ਮੁਖੀ ਨੇ ਇਹ ਗੱਲ ਆਖੀ ਸੀ ਕਿ ਸਾਨੂੰ 2 ਸਾਲ ਲੱਗਣਗੇ ਤੇ ਉਦੋਂ ਤੱਕ ਇਹ ਕਰੋਨਾ ਮਹਾਮਾਰੀ ਦਾ ਪੂਰਨ ਤੌਰ ਤੇ ਖਾਤਮਾ ਹੋ ਜਾਵੇਗਾ। ਉਹਨਾਂ ਦੀ ਇਸ ਗੱਲ ਨੂੰ ਕਈ ਵਿਰੋਧਤਾ ਵੀ ਉਹਨਾਂ ਦੀ ਹੋਈ ਇਸ ਗੱਲ ਦੀ। ਕਈ ਮਾਹਿਰ ਇਹ ਕਹਿੰਦੇ ਸੀ ਕਿ ਨਹੀਂ, ਹੁਣ ਇਹ ਕਰੋਨਾ ਜਾਣ ਵਾਲਾ ਨਹੀਂ ਕਿਤੇ, ਇਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਹੋ ਸਕਦਾ ਸਾਨੂੰ ਹੁਣ ਮਾਸਕ ਪਾ ਕੇ ਘੁੰਮਣਾ ਪਿਆ ਕਰਨਾ, ਇਹਦੇ ਨਾਲ ਜੀਣ ਦੀ ਆਦਤ ਪਾਉਣੀ ਪਏਗੀ। WHO ਨੇ ਕੁਝ ਛੋਟੀਆਂ-ਮੋਟੀਆਂ ਗੱਲਾਂ ਉਹਨਾਂ ਨੇ ਸਮੇਂ-ਸਮੇਂ ਤੇ ਪਿਛਲੇ ਸਾਲ ਵੀ ਉਹਨਾਂ ਨੇ ਗਾਈਡਲਾਈਨਸ ਦਿੱਤੀਆਂ ਤੇ ਹੁਣ ਵੀ ਉਹ ਦੇ ਰਹੇ ਨੇ। ਜ਼ਿਆਦਾ ਗਾਈਡਲਾਈਨਸ ਜਿਹੜੀਆਂ ਹਨ ਉਹ ਮਿਲਣ ਗਿਲਣ, ਮਾਸਕ ਤੇ ਖਾਣ ਪੀਣ ਦੇ ਨਾਲ ਸੰਬੰਧਿਤ ਹਨ।
ਖਾਣ ਪੀਣ ਦੀ ਇੱਕ ਗੱਲ ਖਾਸ ਉਹ ਆਖਦੇ ਨੇ ਕਿ 5 ਡਿਗਰੀ ਸੈਲਸੀਅਸ ਤੋਂ ਲੈ ਕੇ 60 ਡਿਗਰੀ ਤੱਕ ਦੇ ਵਿਚਕਾਰ ਦਾ ਜਿਹੜਾ ਖਾਣਾ ਹੈ ਉਸ ਵਿੱਚ ਸਾਨੂੰ ਉਹਨੂੰ ਬਹੁਤ ਧਿਆਨ ਨਾਲ ਖਾਣ ਦੀ ਲੋੜ ਹੈ। ਭਾਵ 5 ਡਿਗਰੀ ਤੋਂ ਥੱਲੇ ਤਾਪਮਾਨ ਹੋਵੇ ਤੇ ਉਹ ਇੰਨਾ ਜ਼ਿਆਦਾ ਠੰਡਾ ਹੋ ਜਾਂਦਾ ਹੈ ਕਿ ਉਸ ਵਿੱਚ ਜਿਹੜਾ ਬੈਕਟੀਰੀਆ ਹੁੰਦਾ ਹੈ ਉਹ ਖਤਮ ਹੋਣ ਦੇ ਕਿਨਾਰੇ ਪਹੁੰਚ ਜਾਂਦਾ ਹੈ ਜਾਂ ਵਾਇਰਸ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ। ਤੇ ਇਸੇ ਤਰ੍ਹਾਂ 60 ਜਾਂ 70 ਡਿਗਰੀ ਦੇ ਆਸ-ਪਾਸ ਤਾਪਮਾਨ ਜਦੋਂ ਤੁਸੀਂ ਕੋਈ ਵਸਤ ਬਣਾਉਂਦੇ ਹੋ ਉਸ ਨੂੰ ਰਿੰਨ੍ਹਦੇ ਹੋ, ਗਰਮ ਕਰਦੇ ਹੋ ਤੇ 70 ਡਿਗਰੀ ਤੋਂ ਉੱਪਰ ਉਸ ਦਾ ਤਾਪਮਾਨ ਚਲੇ ਜਾਵੇ ਤੇ ਉਸ ਵਿੱਚੋਂ ਵੀ ਵਾਇਰਸ ਖਤਮ ਹੋ ਜਾਂਦਾ। ਉਹਨਾਂ ਨੇ ਇਸ ਪ੍ਰਤੀ ਹੱਥ, ਮੂੰਹ ਦੀ ਸਾਫ਼ ਸਫਾਈ, ਸਰੀਰ ਦੀ ਸਾਫ਼ ਸਫਾਈ, ਸੈਨੀਟਾਈਜ਼ਰ, ਮਾਸਕ ਤੇ ਖਾਣ ਪੀਣ ਦੀਆਂ ਗੱਲਾਂ ਵੱਲ ਹੀ ਧਿਆਨ ਦੇਣ ਦੀ ਗੱਲ ਕੀਤੀ ਹੈ। ਫ੍ਰਿਜ ਦਾ ਤਾਪਮਾਨ ਉਹਨਾਂ ਨੇ ਕਿਹਾ ਕਿ 5 ਡਿਗਰੀ ਸੈਲਸੀਅਸ ਤੋਂ ਥੱਲੇ ਰੱਖੋ। ਇਸ ਵਿੱਚ ਕੋਈ ਚੀਜ਼ ਰੱਖਣੀ ਹੈ ਤੇ ਉਸ ਨੂੰ ਕੱਢ ਕੇ ਦੁਬਾਰਾ ਚੰਗੀ ਤਰ੍ਹਾਂ ਗਰਮ ਕਰੋ ਤੇ ਫੇਰ ਛਕੋ ਤੇ ਜਾਂ ਉਸ ਨੂੰ ਪੂਰਨ ਤੌਰ ਤੇ ਫਰੀਜ਼ ਕਰ ਲਓ। ਤੇ ਫਰੀਜ਼ ਹੋਈਆਂ ਚੀਜ਼ਾਂ ਨੂੰ ਆਮ ਜਗ੍ਹਾ ਤੇ ਨਾ ਰੱਖੋ, ਨਾਰਮਲ ਰੂਮ ਟੈਂਪਰੇਚਰ ਤੇ ਦੁਬਾਰਾ ਨਾਰਮਲ ਹੋਣ ਲਈ ਨਾ ਰੱਖੋ। ਜੇ ਰੱਖਦੇ ਹੋ ਤੇ ਉਸ ਨੂੰ ਛੱਡ ਦਿਓ ਤੇ ਜੇ ਖਾਣੀ ਹੈ ਤੇ ਠੰਡੀ ਕੱਢ ਕੇ ਖਾ ਲਓ। ਬਿਲਕੁਲ ਜਿਹਨੂੰ ਫਰੀਜ਼ ਹੋਈ ਕਹਿ ਸਕਦੇ ਹਾਂ, ਜਿਵੇਂ ਆਈਸਕ੍ਰੀਮ ਹੁੰਦੀ ਹੈ। ਤੇ ਫਿਰ ਨਾਲ ਉਹਨਾਂ ਨੇ ਕਿਹਾ ਕਿ ਚੀਜ਼ ਕੋ ਜਦੋਂ ਤੁਸੀਂ ਗਰਮ ਕਰਦੇ ਹੋ, ਤੁਸੀਂ ਰਸੋਈ ਦੇ ਵਿੱਚ ਕਿਸੇ ਬਰਤਨ 'ਚ ਪਾ ਕੇ ਰੱਖ ਲੈਂਦੇ ਹੋ, ਪੂਰੀ ਉਹ ਗਰਮ ਹੋ ਜਾਂਦੀ, ਇੱਕ ਵਾਰੀ 80 90 100 ਡਿਗਰੀ ਤੱਕ ਪਹੁੰਚ ਜਾਂਦੀ ਹੈ ਤੇ ਫਿਰ ਉਸ ਨੂੰ 2 ਘੰਟੇ ਤੋਂ ਵੱਧ ਲਈ ਉਸੇ ਤਰ੍ਹਾਂ ਪਈ ਨਾ ਰਹਿਣ ਦਿਓ। ਜੇ ਪਈ ਰਹਿ ਜਾਂਦੀ ਤਾਂ ਫਿਰ ਦੁਬਾਰਾ ਗਰਮ ਕਰੋ ਉਸੇ ਟੈਂਪਰੇਚਰ ਤੇ। ਸੋ ਇਹ ਸਾਰੀਆਂ ਗੱਲਾਂ ਤੇ ਉਹਨੇ ਗਾਈਡਲਾਈਨ ਜਾਰੀ ਕੀਤੀਆਂ ਨੇ। ਇਹਨਾਂ ਸਾਰੀਆਂ ਚੀਜ਼ਾਂ ਤੇ ਵਾਇਰਸ ਹੋ ਸਕਦੇ ਨੇ। ਫਲ ਫਰੂਟ ਖਾਂਦੇ ਹੋ ਤੇ ਬਹੁਤ ਜ਼ਿਆਦਾ ਧੋ ਕੇ ਸਾਫ਼ ਕਰਕੇ ਉਹਨਾਂ ਨੂੰ ਖਾਓ ਤੇ ਫਲ ਫਰੂਟ ਜਿਹੜਾ ਹੈ ਉਹ ਉਸ ਤਰੀਕੇ ਨਾਲ ਖਾਣਾ ਚਾਹੀਦਾ ਕਿਉਂਕਿ ਕੱਚੇ ਤੌਰ ਤੇ ਅਸੀਂ ਉਹਦੀ ਇਨਟੇਕ ਲੈਣੀ ਹੁੰਦੀ ਹੈ। ਸੋ ਇਸ ਤੇ ਵੀ ਉਹਨਾਂ ਨੇ ਸਖਤੀ ਵਰਤਣ ਲਈ ਆਖਿਆ, ਹਦਾਇਤਾਂ ਦਿੱਤੀਆਂ ਨੇ ਵੀ ਤੁਸੀਂ ਧਿਆਨ ਰੱਖੋ। ਹੁਣ ਕਈ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਬੜੀਆਂ ਨੋਰਮਲ ਜਿਹੀਆਂ ਗੱਲਾਂ ਹੁੰਦੀਆਂ ਨੇ, ਪਰ ਅਸੀਂ ਸਹਿ ਸੁਭਾਅ ਵਿਸਲੇ ਹੀ ਉਹਨਾਂ ਗੱਲਾਂ ਵੱਲ ਸੋਚਦੇ ਨਹੀਂ ਤੇ ਕਹਿੰਦੇ ਕੀ ਹੁੰਦਾ ਹੈ ਜਾਂ ਕੀ ਹੋ ਜਾਊਗਾ, ਕੁਛ ਨਹੀਂ ਹੁੰਦਾ। ਇਹ 2-3 ਲਫ਼ਜ਼ ਜਿਹੜੇ ਨੇ ਇਹਨਾਂ ਗੱਲਾਂ ਤੋਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਬਚਾਓ ਤੇ ਵਧੀਆ ਹੋਵੇਗਾ ਕਿ ਤੁਸੀਂ ਆਪਣਾ ਲਾਈਫ ਸਟਾਈਲ ਬਦਲੋ ਤੇ ਕਰੋਨਾ ਮਹਾਮਾਰੀ ਇੱਕ ਦਿਨ ਖਤਮ ਹੋ ਜਾਵੇਗੀ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਇਸ ਦੇ ਕੁਝ ਕੰਪੈਰੀਜ਼ਨ ਵੀ ਕੀਤੇ ਜਾ ਰਹੇ ਨੇ। ਸਪੈਨਿਸ਼ ਫਲੂ ਜੋ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ 1918 ਦੇ ਆਸ-ਪਾਸ ਆਇਆ ਸੀ, ਉਸ ਵਿੱਚ ਵੀ ਇਵੇਂ ਹੋਇਆ ਸੀ। ਉਸ ਦੀ ਪਹਿਲੀ ਲਹਿਰ ਦੇ ਨਾਲ ਇੰਨੀਆਂ ਜ਼ਿਆਦਾ ਮੌਤਾਂ ਨਹੀਂ ਹੋਈਆਂ ਜਿੰਨੀਆਂ ਕਿ ਦੂਸਰੀ ਨਾਲ ਹੋਈਆਂ ਸੀ। ਸਪੈਨਿਸ਼ ਫਲੂ ਜਿਹੜਾ ਸੀ ਜਦੋਂ ਆਇਆ ਤੇ ਉਦੋਂ ਮੈਡੀਕਲ ਸਾਇੰਸ ਵੀ ਇੰਨੀ ਐਡਵਾਂਸ ਨਹੀਂ ਸੀ, ਪਰ ਫਿਰ ਵੀ ਲੋਕ ਜ਼ੋਰ ਮਾਰ ਰਹੇ ਸਨ। ਅਮਰੀਕਾ ਵਰਗੇ ਦੇਸ਼ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ। ਤੇ ਇਹ ਦੱਸਿਆ ਗਿਆ ਸੀ ਕਿ 50 ਮਿਲੀਅਨ ਤਕਰੀਬਨ 5 ਕਰੋੜ ਮੌਤਾਂ ਹੋਈਆਂ ਸਨ ਉਸ ਬਿਮਾਰੀ ਦੇ ਨਾਲ ਤੇ ਇਸ ਦੇ ਨਾਲ 3 ਮਿਲੀਅਨ ਮੌਤਾਂ ਕਰੋਨਾ ਦੇ ਨਾਲ ਹੁਣ ਤੱਕ ਹੋ ਚੁੱਕੀਆਂ ਨੇ। ਤੇ ਇਸ ਗੱਲ ਵਿੱਚ ਕੋਈ ਹਜੇ ਪਤਾ ਨਹੀਂ ਹੈ ਕਿ ਇਸ ਵਿੱਚ ਸੱਚਾਈ ਕਿੰਨੀ ਹੈ ਤੇ ਲੁਕਾਈਆਂ ਕਿੰਨੀਆਂ ਜਾ ਰਹੀਆਂ ਨੇ ਜਾਂ ਵਾਧੂ ਕਿੰਨੀਆਂ ਦੱਸੀਆਂ ਜਾ ਰਹੀਆਂ ਨੇ। ਸੋ ਇਹ ਭਿਆਨਕ ਬਿਮਾਰੀ ਹੈ। ਦੁਨੀਆ ਭਰ ਨੂੰ ਇਸ ਨੇ ਦੁਬਾਰਾ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਭਾਰਤ ਦੇ ਬਾਰੇ ਇਹ ਗੱਲ ਕੀਤੀ ਜਾ ਰਹੀ ਹੈ ਸਿਹਤ ਸੰਸਥਾਵਾਂ ਵੱਲੋਂ, ਜੋ ਦੁਨੀਆ ਭਰ ਦੀਆਂ ਸਿਹਤ ਸੰਸਥਾਵਾਂ ਹਨ, ਜਿਨ੍ਹਾਂ ਨੇ ਕਦੇ ਇਹ ਕਿਹਾ ਸੀ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਹੋਈਆਂ ਤੇ ਭਾਰਤ ਨੇ ਜਿਵੇਂ ਉਹਨਾਂ ਨਾਲ ਲੜਾਈ ਕੀਤੀ ਹੈ ਤੇ ਜਿਵੇਂ ਹੁਣ ਪਿਛਲੇ ਸਾਲ ਕਰੋਨਾ ਨਾਲ ਨਜਿੱਠਣ ਲਈ ਭਾਰਤ ਨੇ ਜਿਹੜਾ ਮਾਡਲ ਅਪਣਾਇਆ ਲੋਕਡਾਊਨ ਦਾ ਤੇ ਸਭ ਕੁਝ ਰੋਕ ਕੇ ਰੱਖ ਦਿੱਤਾ ਤੇ ਉਸ ਤੋਂ ਬਾਅਦ ਇੰਨੀ ਲਾਪਰਵਾਹੀ ਵਿਖਾਈ ਗਈ ਕਿ ਬਿਮਾਰੀ ਜਿਹੜੀ ਅੱਜ ਸਾਡੇ ਸਿਰ ਤੇ ਚੜ੍ਹ ਕੇ ਖਲੋਤੀ ਹੈ। ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਔਰ ਇਸ ਨੂੰ ਜੋ ਭਾਰਤ ਦੀ ਉਦਾਹਰਨ ਦਿੱਤੀ ਜਾ ਰਹੀ ਸੀ ਕਿ ਦੇਖੋ ਇਹਨਾਂ ਨੇ ਕਿੰਨਾ ਵਧੀਆ ਕੰਮ ਕੀਤਾ ਹੈ ਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਨੇ ਜਿਹੜੀ ਅਣਗਹਿਲੀ ਵਰਤੀ ਹੁਣ ਤੁਸੀਂ ਨਾ ਵਰਤ ਲਿਓ। ਇਹਨਾਂ ਨੂੰ ਰੈੱਡ ਲਿਸਟ 'ਚ ਪਾਤਾ ਬਰਤਾਨੀਆ ਨੇ, ਇਸੇ ਭਾਰਤ ਨੂੰ। ਬਿਲਕੁਲ ਜੀ, ਬਰਤਾਨੀਆ ਨੇ ਕਹਿ ਦਿੱਤਾ ਕਿ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਭਾਰਤ ਤੋਂ ਕੋਈ ਮੁਸਾਫਰ ਜਿਹੜਾ ਉੱਥੇ ਨਾ ਆਵੇ। ਤੇ ਬੋਰਿਸ ਜੌਨਸਨ ਜਿਹੜੇ ਭਾਰਤ ਆਉਣ ਵਾਲੇ ਸਨ, ਬ੍ਰਿਟਨ ਦੇ ਪ੍ਰਧਾਨ ਮੰਤਰੀ, ਉਹਨਾਂ ਨੇ ਵੀ ਦੌਰਾ ਆਪਣਾ ਕੈਂਸਲ ਕਰ ਦਿੱਤਾ। ਜੀ ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਇੱਕ ਪਾਸੇ ਕਿਸਾਨ ਅੰਦੋਲਨ ਪੂਰੇ ਜ਼ੋਰਾਂ ਤੇ ਹੈ ਤੇ ਉਧਰ ਕਣਕ ਦੀ ਜਿਹੜੀ ਚੁਕਾਈ ਹੈ ਉਹ ਵੀ ਆਪਣੀ ਚਰਮ ਸੀਮਾ ਤੇ ਹੈ। ਸਭ ਤੋਂ ਪਹਿਲਾਂ ਆਪਣੇ ਮਾਹਿਰ ਮਹਿਮਾਨ ਨੂੰ ਪੁੱਛਦੇ ਹਾਂ ਕਿ ਕਿਸਾਨ ਅੰਦੋਲਨ ਦਾ ਕੀ ਹਾਲ ਹੈ ਕੁਲਦੀਪ ਜੀ ਇਸ ਵੇਲੇ? ਕਿਸਾਨ ਅੰਦੋਲਨ ਥੋੜਾ ਜਿਹਾ ਇਸ ਵੇਲੇ ਕਹਿ ਸਕਦੇ ਹਾਂ ਕਿ ਇਸ ਵੇਲੇ ਜਿਹੜਾ ਇੱਕ ਸੈਂਟੀਮੈਂਟ ਹੈ ਉਹ ਥੋੜਾ ਜਿਹਾ ਡਾਊਨ ਹੈ ਜੀ। ਹੌਸਲੇ ਬੁਲੰਦ ਵੀ ਕਹਿ ਸਕਦੇ ਹਾਂ ਕਿ ਇਸ ਅਜਿਹੇ ਹਾਲਾਤਾਂ ਦੇ ਵਿੱਚ ਉੱਥੇ ਬਹਿਣਾ ਵੀ ਸੌਖਾ ਨਹੀਂ। ਖਾਸ ਤੌਰ ਤੇ ਕਿਸਾਨ ਦੀ ਜਦੋਂ ਫਸਲ ਖੇਤਾਂ ਦੇ ਵਿੱਚ ਖੜੀ ਹੋਵੇ ਤੇ ਜੋ ਵਿਕ ਕੇ ਪੈਸੇ ਜੇਬ ਵਿੱਚ ਨਾ ਪਏ ਹੋਣ ਤੇ ਸਬਰ ਨਹੀਂ ਆਉਂਦਾ। ਤੇ ਕਿਸਾਨ ਬੈਠੇ ਹੋਏ ਨੇ ਬੜੇ ਹੌਸਲੇ ਨਾਲ ਤੇ ਦੁਬਾਰਾ ਜਥੇਬੰਦੀਆਂ ਜ਼ੋਰ ਮਾਰ ਰਹੀਆਂ ਨੇ ਕਿ ਅਸੀਂ ਕਿਸੇ ਤਰੀਕੇ ਹੁਣ ਦੁਬਾਰਾ ਲਾਈਨ ਅਪ ਕਰਕੇ ਸਾਰੇ ਨੌਜਵਾਨੀ ਨੂੰ ਤੇ ਹਰ ਇੱਕ ਕਿਸਾਨ ਨੂੰ ਉੱਥੇ ਇੱਕ ਵਾਰੀ ਫਿਰ ਲੈ ਕੇ ਜਾਈਏ ਤੇ ਜ਼ੋਰ ਮਾਰੀਏ ਤੇ ਦੇਖੀਏ ਕੀ ਬਣਦਾ ਜੀ। ਅੰਮ੍ਰਿਤਸਰ ਦੇ ਵਿੱਚ ਰੈਲੀ ਹੋਈ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜੀ। ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੇ ਇੱਕ ਸੱਦਾ ਦਿੱਤਾ ਗਿਆ ਸੀ ਪਾਰਲੀਮੈਂਟ ਵੱਲੋਂ ਸੰਸਦ ਮਾਰਚ ਦਾ ਮਈ ਦੇ ਮਹੀਨੇ ਦੇ ਵਿੱਚ ਪੰਦਰਵਾੜੇ ਦੇ ਵਿੱਚ, ਉਹਨੂੰ ਮੁਲਤਵੀ ਕਰ ਦਿੱਤਾ ਗਿਆ ਜੀ।
ਕਈਆਂ ਨੇ ਤੇ ਇਹ ਲਫ਼ਜ਼ ਵਰਤਿਆ ਕਿ ਰੱਦ ਕਰ ਦਿੱਤਾ ਗਿਆ, ਜਦ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਕਮੇਟੀ ਬਣਾ ਕੇ ਇਸ 'ਤੇ ਫੈਸਲਾ ਲਿਆ ਗਿਆ ਤੇ ਉਹਨਾਂ ਨੇ ਇਹੋ ਹੀ ਲਫ਼ਜ਼ ਵਰਤਿਆ ਕਿ ਅਸੀਂ ਇਸ ਨੂੰ ਮੁਲਤਵੀ ਕੀਤਾ, ਰੱਦ ਨਹੀਂ ਕੀਤਾ। ਇਹ ਹੋਵੇਗਾ ਮਾਰਚ, ਪਰ ਅਜੇ ਕਿਸਾਨ ਬਿਜ਼ੀ ਨੇ, ਆਪਣੀਆਂ ਫਸਲਾਂ ਸਾਂਭ ਲੈਣ, ਕਣਕ ਵੀ ਸਾਂਭ ਲੈਣ, ਤੂੜੀ ਵੀ ਸਾਂਭ ਲੈਣ ਤੇ ਹੋਰ ਆਪਣਾ ਹਿਸਾਬ ਕਿਤਾਬ ਵੀ ਸਾਰਾ ਦੇਖ ਲੈਣ, ਕਿਉਂਕਿ ਸਰਕਾਰ ਨੇ ਕਣਕ ਦੀ ਖਰੀਦ ਦਾ ਕੰਮ ਜਿਹੜਾ ਹੈ ਉਹ ਕਾਫੀ ਕਨਫਿਊਜ਼ਿੰਗ ਕਰ ਦਿੱਤਾ ਹੈ। ਸੋ ਕਿਸਾਨਾਂ ਵੱਲੋਂ ਇਹ ਸੱਦਾ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਅਸੀਂ ਅਜੇ ਇਸ ਨੂੰ ਮੁਲਤਵੀ ਕਰਦੇ ਹਾਂ ਤੇ ਛੇਤੀ ਕੋਈ ਨਵਾਂ ਪ੍ਰੋਗਰਾਮ ਦਿੱਤਾ ਜਾਵੇਗਾ। ਪਰ ਨਵਾਂ ਪ੍ਰੋਗਰਾਮ ਅਜੇ ਤੱਕ ਕੁਝ ਨਹੀਂ ਦੱਸਿਆ ਗਿਆ, ਸਿਰਫ ਇਸ ਗੱਲ ਤੱਕ ਕਿ 10 ਮਈ ਦੇ ਆਸ-ਪਾਸ 1857 ਦੇ ਗਦਰ ਲਹਿਰ ਨੂੰ ਸਮਰਪਿਤ ਇੱਕ ਕਾਨਫਰੰਸ ਜਿਹੜੀ ਹੈ ਕੀਤੀ ਜਾਵੇਗੀ। ਸਰਕਾਰ ਨੇ ਕਿਹਾ ਸੀ ਕਿ ਆਪਰੇਸ਼ਨ ਕਲੀਨ, ਉਸ ਦੇ ਤਹਿਤ ਇਹ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਸੀ ਕਿ ਸਰਕਾਰ ਜਿਹੜੀ ਹੈ ਉੱਥੇ ਇਸ ਅੰਦੋਲਨ ਨੂੰ ਖਰਾਬ ਕਰੇਗੀ ਤੇ ਕਿਸਾਨਾਂ ਨੂੰ ਇੱਥੋਂ ਹਟਾਉਣ ਦਾ ਯਤਨ ਕਰੇਗੀ। ਕੇਂਦਰ ਸਰਕਾਰ ਤੇ ਮਨੋਹਰ ਲਾਲ ਖੱਟਰ ਦੀ ਸਰਕਾਰ ਹੋ ਸਕਦਾ ਹੈ ਕਿ ਇਹੋ ਜਿਹਾ ਕੋਈ ਹੱਥ ਕੰਡਾ ਅਪਣਾਵੇ ਜਿਸ ਨਾਲ ਕਿਸਾਨਾਂ ਨੂੰ ਉੱਥੋਂ ਖਦੇੜਨ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਕਿਸਾਨਾਂ ਨੇ ਉਸ ਦਾ ਜਵਾਬ ਆਪਰੇਸ਼ਨ ਸ਼ਕਤੀ ਦੇ ਰੂਪ ਦੇ ਵਿੱਚ ਦਿੱਤਾ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਇਹ ਕਲੀਨ ਦੇ ਵਿੱਚ ਸਾਨੂੰ ਲੈ ਕੇ ਨਾ ਆਇਓ, ਅਸੀਂ ਆਪਣੀ ਕੋਈ ਪਲੈਨਿੰਗ ਕਰ ਰਹੇ ਹਾਂ, ਟੈਸਟਿੰਗ ਵੀ ਹੋ ਰਹੀ ਹੈ, ਅਸੀਂ ਇੱਥੇ ਟੀਕੇ ਲਾਉਣ ਦਾ ਵੀ ਪ੍ਰਬੰਧ ਕਰ ਰਹੇ ਹਾਂ, ਜਿਹੜੇ ਕਿਸਾਨ ਇੱਥੇ ਆਏ ਹਨ, ਤੇ ਤੁਸੀਂ ਸਾਡੇ ਵੱਲੋਂ ਨਾ ਆਇਓ, ਅਸੀਂ ਸਾਰਾ ਸਿਸਟਮ ਆਪੇ ਦੇਖ ਲਵਾਂ ਤੇ ਸਾਨੂੰ ਹਟਾਉਣ ਦਾ ਯਤਨ ਨਾ ਕੀਤਾ ਜਾਵੇ। ਜੀ ਕੁਲਦੀਪ ਜੀ, ਤੁਸੀਂ ਕਹਿ ਰਹੇ ਕਿ ਕਿਸਾਨ ਅੰਦੋਲਨ ਇਸ ਵੇਲੇ ਮਗਿਆ ਹੋਇਆ ਆ ਤੇ ਕਿਸਾਨ ਉੱਥੇ ਨੇ, ਤੇ ਫਿਰ ਕਣਕ ਦੀ ਖਰੀਦ ਕਿਵੇਂ ਚੱਲ ਰਹੀ ਹੈ? ਕਣਕ ਦੀ ਖਰੀਦ ਕਾਫੀ ਮੱਠੀ ਹੈ ਜੀ, ਉਸ ਦੇ ਕਈ ਕਾਰਨ ਨੇ। ਕੇਂਦਰ ਵੱਲੋਂ ਇਸ ਤਰ੍ਹਾਂ ਦੀਆਂ ਕੁਝ ਨੀਤੀਆਂ ਅਖੀਰਲੇ ਮੌਕੇ ਤੇ ਬਣਾ ਦਿੱਤੀਆਂ ਗਈਆਂ ਜਿਸ ਲਈ ਨਾ ਪੰਜਾਬ ਸਰਕਾਰ ਤਿਆਰ ਸੀ ਤੇ ਨਾ ਕਿਸਾਨ ਤੇ ਨਾ ਆੜਤੀਏ। ਹੁਣ ਆੜਤੀਆਂ ਵੱਲੋਂ ਵੀ ਆਪਣੇ ਤੌਰ ਤੇ ਜ਼ੋਰ ਲਾਇਆ ਗਿਆ, ਜਦੋਂ ਕੇਂਦਰ ਸਰਕਾਰ ਇਹ ਕਹਿੰਦੀ ਸੀ ਕਿ ਆੜਤੀਆਂ ਦੀ ਵਿਚੋਲਗਰੀ ਅਸੀਂ ਹੁਣ ਖਤਮ ਕਰ ਦੇਣੀ ਹੈ ਤੇ ਆੜਤੀਏ ਦੀ ਸਾਨੂੰ ਕੋਈ ਲੋੜ ਨਹੀਂ ਹੋਵੇਗੀ, ਪਰ ਕਿਸਾਨਾਂ ਨੇ ਤੇ ਆੜਤੀਆਂ ਨੇ ਕੁਝ ਹਮਲਾ ਮਾਰਿਆ। ਪੰਜਾਬ ਸਰਕਾਰ ਨੇ ਵੀ ਆਪਣੇ ਵੱਲੋਂ ਕੋਈ ਫੈਸਲਾ ਲਿਆ ਤੇ ਪੰਜਾਬ ਸਰਕਾਰ ਜਿਹੜੀ ਆ ਉਹਨੇ ਕੋਈ ਰੂਲਿੰਗ ਬਣਾ ਦਿੱਤੀ ਹੈ, ਉਸਨੇ ਇਸ ਤਰ੍ਹਾਂ ਦੇ ਪੋਰਟਲ ਬਣਾ ਦਿੱਤੇ। ਜਦੋਂ ਕੋਈ ਕਿਸਾਨ ਕਣਕ ਦੇ ਵਿੱਚ ਮੰਡੀ ਦੇ ਵਿੱਚ ਜਿਸ ਨੇ ਕਣਕ ਲੈ ਕੇ ਜਾਣਾ ਹੋਵੇ, ਉਸ ਕਿਸਾਨ ਨੂੰ ਇੱਕ ਆਨਲਾਈਨ ਪੋਰਟਲ ਤੇ ਰਜਿਸਟਰ ਕਰਨਾ ਪੈਂਦਾ ਹੈ। ਉੱਥੇ ਰਜਿਸਟ੍ਰੇਸ਼ਨ ਇੱਕ ਵਾਰੀ ਹੋਣੀ ਹੈ ਲਾਈਫ ਟਾਈਮ 'ਚ, ਇਹ ਵੀ ਦੱਸ ਦੇਵਾਂ। ਉਹ ਲਾਈਫ ਟਾਈਮ ਬੜੀ ਸੌਖੀ ਹੈ, ਕਿਸਾਨ ਘਬਰਾ ਜਾਂਦੇ ਨੇ, ਇੰਟਰਨੈਟ ਕੈਫਿਆਂ ਵਾਲੇ ਵੀ ਕਈ ਖਰਾਬ ਕਰ ਰਹੇ ਨੇ, ਔਰ ਆੜਤੀਏ ਪੂਰੇ ਇੰਨੇ ਸਮਰੱਥ ਨਹੀਂ ਕਿ ਉਹਨਾਂ ਸਾਰਿਆਂ ਨੂੰ ਕਿਸਾਨਾਂ ਨੂੰ ਫਸਟ ਹੈਂਡ ਇੰਨੀ ਛੇਤੀ ਇਨਫੋਰਮੇਸ਼ਨ ਉਹ ਦੇ ਸਕਣ, ਪਰ ਦੇ ਵੀ ਰਹੇ ਨੇ, ਕੋਸ਼ਿਸ਼ ਕੀਤੀ ਜਾ ਰਹੀ ਹੈ। ਆਨਲਾਈਨ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਬੜੀ ਸੌਖੀ ਹੈ, ਕਿਸਾਨ ਭਰਾਵਾਂ ਵਾਸਤੇ ਕੋਈ ਏਡੀ ਮੁਸ਼ਕਿਲ ਵਾਲੀ ਗੱਲ ਨਹੀਂ ਹੈ। ਰਜਿਸਟ੍ਰੇਸ਼ਨ ਕਰਾ ਕੇ ਇੱਕ ਕੋਡ ਮਿਲਦਾ ਹੈ, ਉਹ ਕੋਡ ਫਿਰ ਤੁਸੀਂ ਆਪਣੇ ਆੜਤੀਏ ਕੋਲ ਲੈ ਕੇ ਜਾਣਾ ਹੈ ਤੇ ਫਿਰ ਤੁਹਾਡੀ ਢੇਰੀ ਜਿਹੜੀ ਹੈ ਸਾਫ਼ ਹੋ ਕੇ ਉਸ ਦੀ ਜੁਖਾਈ ਜਿਹੜੀ ਹੈ ਵਜਨ ਉਸ ਦਾ ਕੀਤਾ ਜਾਂਦਾ ਹੈ। ਹੁਣ ਕਿਹੜੀ ਚੀਜ਼ਾਂ ਦੀਆਂ ਘਾਟਾਂ ਪਈਆਂ? ਇੱਕ ਤੇ ਨਵੇਂ ਨਿਯਮ ਆ ਗਏ, ਆੜਤੀਏ ਤਿਆਰ ਨਹੀਂ ਸੀ। ਪਹਿਲੇ ਤਾਂ ਬੜਾ ਸੌਖਾ ਕੰਮ ਸੀ ਕਿ ਟੇਰੀ ਆਉਂਦੀ ਹੈ, ਜੁਖ ਦਿੱਤੀ ਹੈ ਤੇ ਕਿਸਾਨ ਦਾ ਨਾਂ ਲਿਖ ਦਿੱਤਾ ਤੇ ਉਹਦੇ ਨਾਂ ਦਾ ਜੇ ਫਾਰਮ ਜਾਂ ਵਾਊਚਰ ਜਿਹੜਾ ਕੱਟ ਕੇ ਉਹ ਕਿਸਾਨ ਨੂੰ ਬਾਅਦ ਵਿੱਚ ਦੇ ਦਿੱਤਾ ਜਾਂਦਾ ਸੀ ਤੇ ਪੇਮੈਂਟ ਆੜਤੀਏ ਦੇ ਥਰੂ ਜਿਹੜੀ ਸੀ ਉਹ ਕਿਸਾਨ ਕੋਲ ਆ ਜਾਂਦੀ ਸੀ। ਹੁਣ ਆੜਤੀਏ ਤੇ ਕਿਸਾਨਾਂ ਦਾ ਆਪਸੀ ਹਿਸਾਬ ਕਿਤਾਬ ਵੀ ਹੁੰਦਾ, ਆੜਤੀ ਵੀ ਰਿਲੈਕਟੈਂਟ ਹੋ ਗਿਆ ਥੋੜਾ ਜਿਹਾ, ਉਹਨਾਂ ਨੂੰ ਵੀ ਸ਼ੌਹ ਪੈ ਗਿਆ ਕਿ ਸਾਡੇ ਪੈਸੇ ਮੁੜਦੇ ਕਿ ਨਹੀਂ ਮੁੜਦੇ, ਅਸੀਂ ਹੁਣ ਕੀ ਕਰਾਂਗੇ। ਦੇਖੋ ਇੱਕ ਰਿਸ਼ਤਾ ਬਣਿਆ ਹੋਇਆ, ਜਾਂ ਤੇ ਸਰਕਾਰ ਇਸ ਦੀ ਕੋਈ ਵੱਡੀ ਪਲੈਨਿੰਗ ਕਰਕੇ ਤਿਆਰ ਕਰਕੇ ਪਹਿਲਾਂ ਤੋਂ ਤੈਅ ਕਰਦੀ। ਆੜਤੀਏ ਵੀ ਤੇ ਬਿਜ਼ਨਸ ਹੀ ਕਰ ਰਹੇ ਨੇ, ਉਹਨਾਂ ਨੂੰ ਲਾਇਸੈਂਸ ਕਿਸ ਕੰਮ ਦੇ ਦਿੱਤੇ ਹੋਏ ਨੇ, ਰਾਤੋਂ ਰਾਤ ਕਿਵੇਂ ਖਤਮ ਕਰ ਦਿਓਗੇ ਤੁਸੀਂ ਲਾਇਸੈਂਸ? ਉਹਨਾਂ ਦੀ ਰੋਜ਼ੀ ਦਾ ਕੀ ਸਿਸਟਮ ਹੈ? ਤੁਸੀਂ ਵੱਡੀਆਂ ਵੱਡੀਆਂ ਮਸ਼ੀਨਾਂ ਲੈ ਆਉਂਦੀਆਂ ਕਣਕ ਸਾਫ਼ ਕਰਨ ਵਾਸਤੇ, ਜਿਹੜੇ ਬਿਹਾਰੀ ਤੇ ਯੂਪੀ ਦੇ ਤੇ ਪੰਜਾਬ ਦੇ ਇੰਨੇ ਮਜ਼ਦੂਰ ਮੰਡੀਆਂ ਵਿੱਚ ਲੱਗੇ ਹੋਏ ਨੇ, ਉਹਨਾਂ ਦੀ ਰੋਜ਼ੀ ਰੋਟੀ ਦਾ ਕੀ ਸਿਸਟਮ ਹੈ ਤੁਹਾਡੇ ਕੋਲ? ਕੀ ਵਸੀਲਾ ਹੈ? ਸਰਕਾਰ ਨੇ ਇਹ ਬਿਲਕੁਲ ਨਹੀਂ ਸੋਚਿਆ, ਸਿਰਫ ਕਿਸਾਨਾਂ ਨੂੰ ਮਧੋਲਣ ਦੀ ਨੀਅਤ ਦੇ ਨਾਲ ਸਾਰੇ ਨਿਯਮ ਲਿਆਂਦੇ ਗਏ, ਕਾਹਲੀ ਲਿਆਂਦੇ ਗਏ, ਉਹਨਾਂ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ। ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਸਿਸਟਮ ਇਹੋ ਜਿਹਾ ਬਣਾਇਆ ਜਿਸ ਵਿੱਚ ਆੜਤੀਆਂ ਦੀ ਵੀ ਕੁਝ ਰਹਿ ਗਈ ਤੇ ਕਿਸਾਨਾਂ ਦੀ ਵੀ ਕੁਝ ਰਹਿ ਗਈ, ਪਰ ਅਜੇ ਥੋੜਾ ਬਹੁਤਾ ਭੰਬਲ ਭੂਸੇ ਵਾਲੀ ਸਥਿਤੀ ਜਿਹੜੀ ਆ ਉਹ ਅਜੇ ਬਰਕਰਾਰ ਹੈ, ਕਿਉਂਕਿ ਬਾਰਦਾਨੇ ਦੀ ਬਹੁਤ ਵੱਡੇ ਪੱਧਰ ਤੇ ਕਮੀ ਹੈ। ਹੁਣ ਆਮ ਤੌਰ ਤੇ ਆਖਿਆ ਜਾਂਦਾ ਸੀ, ਪੁਰਾਣਾ ਸਿਸਟਮ ਸੀ ਕਿ ਜਦੋਂ ਪੁਰਾਣੇ ਪਿੰਡਾਂ ਵਿੱਚ ਪੰਜਾਬ ਦੇ ਵਿੱਚ ਜਦੋਂ ਸਿਆਲ ਆਉਣਾ ਸੀ ਜਾਂ ਸਿਆਲ ਦੇ ਵਿੱਚ ਬਾਰਿਸ਼ ਹੋਣ ਦਾ ਇਮਕਾਨ ਹੁੰਦਾ ਸੀ ਤੇ ਘਰ ਦੀਆਂ ਸੁਆਣੀਆਂ ਜਿਹੜੀਆਂ ਸੀ ਉਹ ਘਰ ਦੇ ਵਿੱਚ ਬਾਲਣ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਪਹਿਲਾਂ ਸਿਸਟਮ ਪ੍ਰਬੰਧ ਕਰਕੇ ਰੱਖਦੀਆਂ ਸਨ। ਸਿਆਲ ਵਾਸਤੇ ਬਾਲਣ ਜੋੜ ਕੇ ਰੱਖਣਾ ਪੈਂਦਾ ਸੀ ਘਰਾਂ ਦੇ ਵਿੱਚ, ਇਹ ਗੈਸਾਂ ਵਾਲਾ ਸਿਸਟਮ ਤੇ ਬਹੁਤ ਬਾਅਦ ਵਿੱਚ ਆਇਆ ਤੇ ਸਰਕਾਰ ਇੰਨੀ ਕੁਚੱਜੀ ਕਿਵੇਂ ਹੋ ਸਕਦੀ ਹੈ? ਤੇ ਇਹਨਾਂ ਨੂੰ ਪਤਾ ਨਹੀਂ ਸੀ ਕਿ ਕਣਕ ਆਉਣੀ ਹੈ ਤੇ ਇਸ ਵਾਸਤੇ ਬਾਰਦਾਨਾ ਚਾਹੀਦਾ। ਪਹਿਲਾਂ ਤਾਂ ਇਹਨਾਂ ਨੇ ਬੜੇ ਕਾਲ ਕੀਤੇ ਸੀ ਕਿ ਅਸੀਂ ਰੋਲਣ ਨਹੀਂ ਦੇਣਾ ਇਹਨਾਂ ਨੂੰ। ਹੁਣ ਪੰਜਾਬ ਸਰਕਾਰ ਨੇ ਇਸ ਰੋਲਣ ਦੀ ਸਥਿਤੀ ਨੂੰ ਕਾਬੂ ਕਰਨ ਲਈ ਵੀ ਕਿਸਾਨ ਨਾ ਰੁਲੇ, ਉਹਨਾਂ ਨੇ ਪੁਰਾਣਾ ਬਾਰਦਾਨਾ ਆੜਤੀਆਂ ਨੂੰ ਕਿਸੇ ਹੱਦ ਤੱਕ ਵਰਤਣ ਦੀ ਇਜਾਜ਼ਤ ਦਿੱਤੀ ਹੈ। ਹੁਣ ਇਸ ਵਿੱਚ ਵੀ ਰੌਲਾ ਪਏਗਾ, ਪੁਰਾਣਾ ਬਾਰਦਾਨਾ ਕਿਸ ਤਰ੍ਹਾਂ ਦਾ ਹੈ, ਉਸ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੈ ਕਿ ਉਸ ਵਿੱਚੋਂ ਕਣਕ
ਲੀਕ ਨਾ ਹੋਵੇਗੀ, ਉਹ ਫਟਿਆ ਹੈ, ਗਲਿਆ ਹੈ, ਕਿਉਂਕਿ ਸਾਂਭਦੇ ਤਾਂ ਹਨ ਨਹੀਂ। FCI ਦੇ ਗੋਦਾਮਾਂ ਦੇ ਵਿੱਚ ਸਾਰਾ ਸਾਲ ਤੇ ਉਹਨਾਂ ਤੇ ਮੀਂਹ ਪੈਂਦਾ, ਬਹੁਤ ਘੱਟ ਬਾਰਦਾਨਾ ਜਿਹੜਾ ਦੁਬਾਰਾ ਵਰਤਣਯੋਗ ਹੁੰਦਾ ਹੈ, ਉਸ ਨੂੰ ਇੰਨੀ ਬੇਦਰਦੀ ਨਾਲ ਵਰਤਿਆ ਜਾਂਦਾ ਤੇ ਬਾਰਦਾਨੇ ਦੀ ਕੁਆਲਿਟੀ ਪਿਛਲੇ ਸਾਲਾਂ ਦੇ ਵਿੱਚ ਇੰਨੀ ਘਟੀਆ ਹੋ ਚੁੱਕੀ ਹੈ ਕਿ ਕੋਈ ਕਹਿਣ ਦੀ ਗੱਲ ਨਹੀਂ। ਸੋ ਇਹ ਸਾਰੀਆਂ ਗੱਲਾਂ ਨੇ, ਪਰ ਇੱਕ ਬੜੀ ਇੰਟਰਸਟਿੰਗ ਫੈਕਟ ਜਿਹੜਾ ਉਹ ਸਾਹਮਣੇ ਨਿਕਲ ਕੇ ਆਇਆ, ਉਹ ਸ਼ਾਇਦ ਪਹਿਲੀ ਵਾਰੀ ਇਸ ਤਰ੍ਹਾਂ ਦਾ ਹੋਇਆ ਕਿ ਇੱਕ ਜਗ੍ਹਾ ਤੇ 21 ਆੜ੍ਹਤੀਆਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਗਏ ਨੇ। ਉਹ ਇਸ ਕਰਕੇ ਕੈਂਸਲ ਕੀਤੇ ਗਏ ਕਿ ਉਹਨਾਂ ਨੇ ਜੋ ਜੁਖਾਈ ਕੀਤੀ ਹੋਈ ਸੀ, ਜੋ ਬੋਰੀਆਂ ਜਾਂ ਬੋਰੇ ਜਾਂ ਬੈਗ, ਇਹ ਕਈ ਕਿਸਮਾਂ, ਇੱਕ ਤਾਂ ਮੈਂ ਬਾਹਰ ਬੈਠੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਕਈ ਕਿਸਮ ਦੀ ਭਰਾਈ ਹੁੰਦੀ ਹੈ। ਪਹਿਲਾਂ ਕੁਇੰਟਲ ਦੀ ਭਰਤੀ ਹੋਇਆ ਕਰਦੀ ਸੀ, ਫਿਰ 95 ਕਿਲੋ ਤੇ ਵੀ ਆ ਗਈ, ਫਿਰ 50 ਕਿਲੋ ਦੀ ਭਰਤੀ ਜਿਹੜੀ ਸੀ ਇੱਕ ਬੈਗ ਦੇ ਵਿੱਚ ਹੋਣ ਲੱਗ ਪਈ, ਤੇ ਫਿਰ ਵਿੱਚ 35 ਕਿਲੋ ਦੇ ਬੈਗ ਵੀ ਭਰ ਹੋਣ ਲੱਗ ਪਏ, ਕਿਉਂਕਿ ਜਿਨ੍ਹਾਂ ਤੇ ਉਹ ਸੂਬਾ ਸਰਕਾਰਾਂ ਦੇ ਤੇ ਕੇਂਦਰ ਸਰਕਾਰਾਂ ਦੇ ਆਗੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਬੋਰਿਆਂ ਤੇ ਬੈਗਸ ਤੇ, ਉਹ ਫਿਰ ਗਰੀਬਾਂ ਨੂੰ ਆਪਣੀ ਫੋਟੋ ਲਾ ਕੇ ਫਿਰ ਉਹ ਵੰਡਣੇ ਹੁੰਦੇ ਨੇ, ਤੇ ਪਹਿਲਾਂ ਤੋਂ ਹੀ ਉਹਨਾਂ ਦੀ ਪੈਕਿੰਗ ਇਸੇ ਤਰ੍ਹਾਂ ਕਰਕੇ ਰੱਖੀ ਜਾਂਦੀ ਹੈ। ਉਹ ਸਿਸਟਮ ਵੀ ਹੈ। ਉਹ ਬਾਰਦਾਨੇ ਦੇ ਵਿੱਚ ਦੱਸਿਆ ਗਿਆ ਕਿ ਬੋਰੇ ਦਾ ਭਾਰ ਜਿਹੜਾ ਹੈ ਬੈਗ ਦਾ, ਉਹ 65 ਗ੍ਰਾਮ ਹੁੰਦਾ ਹੈ। ਉਸ ਨੂੰ ਕੰਡੇ ਦੇ ਵਿੱਚੋਂ ਮਾਈਨਸ ਕਰਕੇ, ਵੇਇੰਗ ਮਸ਼ੀਨ ਦੇ ਵਿੱਚੋਂ ਮਾਈਨਸ ਕਰਕੇ ਬਾਕੀ ਕਣਕ ਪਾਉਣੀ ਹੁੰਦੀ ਹੈ, ਉਸ ਦੇ ਵਿੱਚ ਜਿੰਨੀ ਵੀ ਪਾਉਣੀ ਹੈ, 50 ਕਿਲੋ ਜਾਂ 35 ਕਿਲੋ ਜਿੰਨੀ ਵੀ ਪਾਉਣੀ ਹੈ। ਉੱਥੇ ਦੱਸਿਆ ਗਿਆ ਕਿ 135 ਗ੍ਰਾਮ ਤੋਂ ਲੈ ਕੇ 900 ਗ੍ਰਾਮ ਤੱਕ ਵੱਧ ਕਣਕ ਜਿਹੜੀ ਸੀ ਉਹ ਕਿਸਾਨਾਂ ਦੀ ਤੋਲੀ ਗਈ ਸੀ, ਔਰ ਜਿਹੜੀ ਬੋਰਿਆਂ ਦੇ ਵਿੱਚੋਂ ਬਰਾਮਦ ਹੋਈ ਹੈ। 21 ਆੜ੍ਹਤੀਆਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਗਏ ਤੇ ਨਾਲ ਡਿਟੇਲ ਦਿੱਤੀ ਗਈ। ਆਮ ਤੌਰ ਤੇ ਗੱਲਾਂ ਕਿ ਗੁਪਤ ਰੱਖੀਆਂ ਜਾਂਦੀਆਂ ਨੇ, ਪਰ ਉਹਨਾਂ ਨੂੰ ਸ਼ਰੇਆਮ ਨਸ਼ਰ ਕੀਤਾ ਗਿਆ ਆੜ੍ਹਤੀਆਂ ਨੂੰ, ਔਰ ਦੱਸਿਆ ਗਿਆ ਕਿ ਇਸ ਆੜ੍ਹਤੀਆਂ ਨੇ ਇੰਨੀ ਵੱਧ ਤੋਲੀ, ਇਸ ਨੇ ਇੰਨੀ, ਇਸ ਨੇ ਇੰਨੀ, ਪੂਰੀ ਡਿਟੇਲ ਜਿਹੜੀ ਸੀ ਉਹਨਾਂ ਦੀ ਦਿੱਤੀ ਗਈ, ਤੇ ਹੁਣ ਉਹਨਾਂ ਦੀ ਜਾਂਚ ਚੱਲ ਰਹੀ ਹੈ। ਔਰ ਕਿਸਾਨਾਂ ਨੇ ਸ਼ਿਕਾਇਤ ਕੀਤੀ ਸੀ ਸ਼ਾਇਦ ਕਿ ਇੱਥੇ ਕੁਝ ਗੜਬੜ ਚੱਲ ਰਹੀ ਹੈ। ਇਹ ਘਟਨਾ ਹੈ ਡੱਬ ਵਾਲੀ ਦੀ, ਮੰਡੀ ਡੱਬ ਵਾਲੀ ਜਿਸ ਨੂੰ ਆਖ ਦਿੰਦੇ ਆ। ਮੰਡੀ ਡੱਬ ਵਾਲੀ ਹੈ ਹਰਿਆਣੇ ਵਿੱਚ। ਹਰਿਆਣੇ ਵਿੱਚ ਹੈ ਭਾਜਪਾ ਦੀ ਸਰਕਾਰ, ਤੇ ਭਾਜਪਾ ਸਰਕਾਰ ਚਾਹੁੰਦੀ ਹੈ ਕਿ ਆੜ੍ਹਤੀਆਂ ਨੂੰ ਵਿੱਚੋਂ ਖਤਮ ਕਰ ਦਈਏ ਅਸੀਂ, ਤੇ ਇਹ ਸਿਸਟਮ ਨੂੰ ਖਤਮ ਕਰਕੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਵੱਲ ਲੈ ਜਾਈਏ। ਤੇ ਫਿਰ ਪਤਾ ਨਹੀਂ ਕੌਣ ਸਿੱਧੀ ਅਦਾਇਗੀ ਕਰੇ ਤੇ ਕੌਣ ਨਾ ਕਰੇ, ਅਡਾਨੀ ਕਰੇ ਕਿ ਅੰਬਾਨੀ ਕਰੇ ਕਿ ਅਸੀਂ ਕਰੀਏ, ਜੇ FCI ਤੇ ਪਹਿਲੇ ਪੈਰ ਪਿਛਾ ਖਿੱਚ ਰਹੀ ਹੈ। ਸੋ ਇਸ ਤਰ੍ਹਾਂ ਦੀ ਸਥਿਤੀ ਉਤਪੰਨ ਹੋ ਰਹੀ ਹੈ। ਪੰਜਾਬ ਵਿੱਚ ਅਜੇ ਕੋਈ ਇਹੋ ਜਿਹੀ ਘਟਨਾ ਨਹੀਂ ਸਾਹਮਣੇ ਆਈ। ਖੈਰ, ਪੰਜਾਬ ਦੇ ਕਿਸਾਨ ਸਿਆਣੇ ਵੀ ਨੇ, ਸਮਰੱਥ ਵੀ ਨੇ, ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਕੋਈ ਇਹੋ ਜਿਹੀ ਘਟਨਾ ਨਾ ਹੋਵੇ। ਜੀ ਕੁਲਦੀਪ ਜੀ, ਦੀਪ ਸਿੱਧੂ ਦੀ ਗੱਲ ਕਰਦੇ ਹਾਂ। ਪਹਿਲਾਂ ਉਹਨਾਂ ਦੀ ਜ਼ਮਾਨਤ ਹੋਈ ਤੇ ਫਿਰ ਦੂਜੇ ਕੇਸ 'ਚ ਉਹਨਾਂ ਦੀ ਗ੍ਰਿਫਤਾਰੀ ਹੋ ਗਈ, ਤੇ ਹੁਣ ਕੇਸ ਦੀ ਸੁਣਵਾਈ ਕਿੱਥੇ ਤੱਕ ਪਹੁੰਚੀ ਹੈ? ਦੀਪ ਸਿੱਧੂ ਦੀ ਜਿਹੜਾ ਉਹਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਇੰਨੇ ਦਿਨ ਉਹਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਲੰਬਾ ਸਮਾਂ। ਦੀਪ ਸਿੱਧੂ ਦੀ ਜਿਹੜੀ ਸੁਣਵਾਈ ਸੀ ਪਹਿਲਾਂ ਕੇਸ ਦੀ, ਤੇ ਰਿਮਾਂਡ ਉਸ ਦਾ ਲੰਬਾ ਸਮਾਂ ਦਿੱਤਾ ਗਿਆ ਸੀ, ਉਹ ਸੀ ਲਾਲ ਕਿਲੇ ਦੇ ਅੰਦਰ ਜਬਰੀ ਵੰਡ ਤੇ ਉੱਥੇ ਹਿੰਸਾ ਕਰਨ ਦੇ ਮਾਮਲੇ ਦੇ ਤਹਿਤ। ਹੁਣ ਜਦੋਂ ਉਹਨੂੰ ਜ਼ਮਾਨਤ ਮਿਲਦੀ ਹੈ, ਤੇ ਜ਼ਮਾਨਤ ਮਿਲ ਕੇ ਅਜੇ ਉਹ ਬਾਹਰ ਨਹੀਂ ਸੀ ਆਉਂਦਾ, ਤੇ ਉਹਨੂੰ ਪਹਿਲਾਂ ਫੇਰ ਗ੍ਰਿਫਤਾਰ ਕਰ ਲਿਆ ਜਾਂਦਾ। ਉਹ ਕਿਹਨੇ ਕੀਤਾ? ਇੱਕ ਸੰਸਥਾ ਹੋਇਆ ਕਰਦੀ ਸੀ, ਇੰਡੀਅਨ ਆਰਕੀਓਲੋਜੀਕਲ ਸਰਵੇ। ਆਰਕੀਓਲੋਜੀਕਲ ਪੁਰਾਤਤਵ ਵਿਭਾਗ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਜੋ ਪੁਰਾਣੇ ਮੋਨੂਮੈਂਟਸ ਹਨ, ਹਿਸਟੋਰਿਕ ਇਮਾਰਤਾਂ ਹਨ, ਹਿਸਟੋਰਿਕ ਜਗ੍ਹਾ ਹਨ, ਉਹ ਇੰਡੀਅਨ ਆਰਕੀਓਲੋਜੀਕਲ ਸਰਵੇ ਨੂੰ ਫਿਰ ਇੰਡੀਅਨ ਆਰਕੀਓਲੋਜੀਕਲ ਡਿਪਾਰਟਮੈਂਟ ਕਰ ਦਿੱਤਾ ਗਿਆ। ਉਸ ਡਿਪਾਰਟਮੈਂਟ ਨੇ ਇੱਕ ਕੇਸ ਜਿਹੜਾ ਸੀ ਵੱਖਰੇ ਤੌਰ ਤੇ ਦੀਪ ਸਿੱਧੂ ਤੇ ਦਾਇਰ ਕੀਤਾ ਹੋਇਆ ਸੀ, ਕਿਉਂਕਿ ਲਾਲ ਕਿਲਾ ਇਤਿਹਾਸਿਕ ਹੈ, ਹਿਸਟੋਰਿਕ ਹੈ, ਪੁਰਾਣਾ ਹੈ, ਔਰ ਉਹ ਮੋਨੂਮੈਂਟ ਹੈ। ਲੋਕ ਉੱਥੇ ਦਰਸ਼ਕ ਦੇਖਣ ਜਾਂਦੇ ਨੇ ਤੇ ਦਿਖਾਇਆ ਜਾਂਦਾ ਹੈ। ਹਾਲਾਂਕਿ ਉਸ ਕਿਲੇ ਦੇ ਵਿੱਚ ਕਿੰਨਾ ਨੁਕਸਾਨ ਹੋਇਆ, ਕੀ ਹੋਇਆ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ, ਪਰ ਇਹ ਕੇਸ ਕਹਿ ਕੇ ਦੀਪ ਸਿੱਧੂ ਤੇ ਦਾਇਰ ਕਰ ਦਿੱਤਾ ਗਿਆ ਕਿ ਦੀਪ ਸਿੱਧੂ ਨੇ ਉੱਥੇ ਪਹੁੰਚ ਕੇ ਇਹ ਜਿਹੜਾ ਲਾਲ ਕਿਲੇ ਦੇ ਕੁਝ ਹਿੱਸੇ ਹਨ, ਉਹਨਾਂ ਨੂੰ ਇਸ ਦੀਪ ਸਿੱਧੂ ਨੇ ਤੇ ਉਸਦੇ ਸਾਥੀਆਂ ਨੇ ਨੁਕਸਾਨ ਪਹੁੰਚਾਇਆ, ਜਿਸ ਨਾਲ ਇਤਿਹਾਸਿਕ ਇਮਾਰਤ ਦੀ ਬੇਹਰਮਤੀ ਹੋਈ ਹੈ ਤੇ ਉਸ ਦਾ ਨੁਕਸਾਨ ਹੋਇਆ। ਸੋ ਇਹ ਕੇਸ ਉਸ ਤੇ ਦਾਇਰ ਕੀਤਾ ਗਿਆ। ਹੁਣ ਪੁਲਿਸ ਨੇ ਕੀ ਡਿਮਾਂਡ ਕੀਤੀ ਸੀ? ਪੁਲਿਸ ਨੇ ਡਿਮਾਂਡ ਇਹ ਕੀਤੀ, ਦਿੱਲੀ ਪੁਲਿਸ ਨੇ, ਕਿ ਸਾਨੂੰ ਦੀਪ ਸਿੱਧੂ ਦਾ ਰਿਮਾਂਡ ਦਿੱਤਾ ਜਾਵੇ। ਰਿਮਾਂਡ ਹੁੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰ ਲੈਂਦੇ ਹੋ ਕਿਸੇ FIR ਦੇ ਤਹਿਤ, ਤੇ ਫਿਰ ਉਸ ਤੋਂ ਫਰਦਰ ਪੁੱਛਗਿੱਛ ਲਈ ਕਿ ਕੀ ਪੁੱਛਣਾ, ਕੀ ਤੂੰ ਕੀਤਾ, ਤੂੰ ਉੱਥੇ ਕਿਉਂ, ਕਿ ਸਾਰੀਆਂ ਰਿਮਾਂਡ ਜਿਹੜੀ ਜਾਣਕਾਰੀ ਲੈਣ ਲਈ ਆਮ ਤੌਰ ਤੇ ਰਿਮਾਂਡ ਦੇ ਅੰਡਰ ਭਾਰਤ ਦੇ ਵਿੱਚ ਮੁਲਾਜ਼ਮਾਂ ਨੂੰ ਕੁੱਟਿਆ ਮਾਰਿਆ, ਮੁਲਜ਼ਮਾਂ ਨੂੰ ਕੁੱਟਿਆ ਮਾਰਿਆ ਵੀ ਜਾਂਦਾ। ਰਿਮਾਂਡ ਦੀ ਮੰਗ ਕੀਤੀ ਗਈ ਅਦਾਲਤ ਤੋਂ, ਪਰ ਅਦਾਲਤ ਨੇ ਉਹ ਨਾ ਕਰ ਦਿੱਤੀ ਹੈ ਕਿ ਇੰਨੇ ਦਿਨਾਂ ਤੋਂ ਗ੍ਰਿਫਤਾਰ ਸੀ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ, ਤੇ ਹੁਣ ਸਡਨਲੀ ਤੁਸੀਂ ਉਸ ਦਾ ਰਿਮਾਂਡ ਮੰਗ ਰਹੇ ਹੋ। ਮਨਜਿੰਦਰ ਸਿੰਘ ਸਿਰਸਾ ਦਾ ਇਹ ਕਹਿਣਾ ਕਿ ਸਾਡੇ 2 ਵਕੀਲਾਂ ਨੇ ਠੋਕ ਕੇ ਇਸ ਗੱਲ ਦੀ ਬਹਿਸ ਕੀਤੀ ਕਿ ਤੁਸੀਂ ਕਿਸ ਗੱਲ ਦਾ ਰਿਮਾਂਡ ਮੰਗ ਰਹੇ ਹੋ, ਤੇ ਇਸੇ ਤਹਿਤ ਉਸ ਦੀ ਜਿਹੜੀ ਰਿਮਾਂਡ ਦੀ ਅਰਜ਼ੀ ਪੁਲਿਸ ਦੀ ਜਿਹੜੀ ਆ ਰੱਦ ਹੋਈ ਹੈ, ਪਰ ਅਜੇ ਕੁਝ ਦਿਨੋਂ ਹਿਰਾਸਤ ਵਿੱਚ ਹੈ, ਤੇ ਹੋ ਸਕਦਾ ਉਸ ਦੀ ਜਿਹੜੀ ਜ਼ਮਾਨਤ ਹੈ ਉਹ ਜਲਦੀ ਮਨਜ਼ੂਰ ਹੋ ਜਾਵੇ। ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ।
ਕੁਲਦੀਪ ਜੀ, ਹੁਣ ਜਰਾ ਪੰਜਾਬ ਦੀ ਰਾਜਨੀਤੀ ਵੱਲ ਰੁਖ ਕਰਦੇ ਹਾਂ। ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਨੂੰ ਲੈ ਕੇ ਬੜੀ ਗਹਿਮਾ-ਗਹਿਮੀ ਹੈ ਤੇ ਕਿੱਥੇ ਤੱਕ ਪਹੁੰਚੀ ਉਹਨਾਂ ਦੇ ਅਸਤੀਫੇ ਦੀ ਗੱਲ? ਸਵਲੀਨ ਜੀ, ਗੱਲ ਤਾਂ ਅਸੀਂ ਪਹਿਲਾਂ ਵੀ ਵੈਸੇ ਰਾਜਨੀਤੀ ਦੀ ਕਰ ਰਹੇ ਸੀ। ਕਣਕ ਬੀਜਣੀ, ਵੱਢਣੀ ਤੇ ਉਸ ਨੂੰ ਮੰਡੀ ਤੱਕ ਪਹੁੰਚਾਉਣਾ ਬੜਾ ਸਿੱਧਾ ਸਾਦਾ ਕੰਮ ਹੋਇਆ ਕਰਦਾ ਸੀ। ਰਾਜਨੀਤੀ ਦੇ ਸ਼ਿਕਾਰ ਨੇ ਕਿਸਾਨ ਵਿਚਾਰੇ। ਗੱਲ ਕੁੰਵਰ ਵਿਜੇ ਪ੍ਰਤਾਪ ਦੀ ਇੱਥੇ ਤੱਕ ਹੈ ਕਿ ਅਸਤੀਫਾ ਕਹਿੰਦੇ ਨੇ ਕਿ ਉਹਨਾਂ ਦਾ ਮਨਜ਼ੂਰ ਹੋ ਗਿਆ ਹੁਣ ਫਾਈਨਲੀ। ਮੁੱਖ ਮੰਤਰੀ ਸਾਹਿਬ ਨੇ ਜਾਂ ਗ੍ਰਹਿ ਸਕੱਤਰ ਨੇ ਜਾਂ ਜਿੰਨੇ ਵੀ ਕਰਨਾ ਸੀ, ਸਾਰੀ ਫਾਰਮੈਲਿਟੀ ਜਿਹੜੀ ਹੈ ਤਕਰੀਬਨ ਉਸ ਦੀ ਪੂਰੀ ਹੋ ਚੁੱਕੀ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਖੁਦ ਅੜ ਗਏ ਤੇ ਕਈ ਕਾਂਗਰਸੀ ਆਗੂ ਵੀ ਨਹੀਂ ਚਾਹੁੰਦੇ ਸਨ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਹੁਣ ਅੱਗੇ ਤੋਰਿਆ ਜਾਵੇ, ਕਿਉਂਕਿ ਉਹ ਨਾਰਾਜ਼ ਸੀ ਇਸ ਗੱਲੋਂ ਕਿ ਕੁੰਵਰ ਵਿਜੇ ਪ੍ਰਤਾਪ ਮੀਡੀਆ ਵਿੱਚ ਕਿਉਂ ਗਏ। ਹੁਣ ਕੁੰਵਰ ਵਿਜੇ ਪ੍ਰਤਾਪ ਨੇ ਕਈ ਗੱਲਾਂ ਕੀਤੀਆਂ ਤੇ ਉਹ ਹੁਣ ਮੈਦਾਨ ਵਿੱਚ ਆ ਗਏ ਨੇ, ਪਿੜ ਵਿੱਚ ਨੇ। ਉਹਨਾਂ ਨੇ, ਕਿਉਂਕਿ ਜਿਹੜਾ ਕਿ ਅਧਿਕਾਰੀ ਦਾ ਉਹਨਾਂ ਕੋਲ ਬੈਜ ਸੀ ਜਾਂ ਅਹੁਦਾ ਸੀ, ਉਹ ਹੁਣ ਨਹੀਂ ਹੈ ਤੇ ਰਿਟਾਇਰਮੈਂਟ ਕਹਾਉਣਗੇ, ਰਿਟਾਇਰਡ ਅਧਿਕਾਰੀ ਵਜੋਂ ਉਹ ਵਿਚਰਨਗੇ ਹੁਣ। ਤੇ ਉਹਨਾਂ ਨੇ ਕਹਿ ਦਿੱਤਾ ਕਿ ਸੇਵਾ ਮੈਂ ਕਰ ਰਹੀ ਹਾਂ ਸਮਾਜ ਦੀ। ਪਰ ਹੁਣ ਉਹਨਾਂ ਤੇ ਉਂਗਲੀ ਵੀ ਉਵੇਂ ਉਠਾਈ ਜਾ ਸਕੇਗੀ ਜਿਸ ਤਰ੍ਹਾਂ ਉਹਨਾਂ ਤੇ ਪਹਿਲਾਂ ਕਦੀ ਕਿਸੇ ਨੇ ਨਹੀਂ ਉਠਾਈ। ਇਸ ਦਾ ਸਿੱਧਾ ਇੱਕ ਸਬੂਤ ਉਦੋਂ ਵੇਖਣ ਨੂੰ ਮਿਲਿਆ ਜਦੋਂ ਸੁਖਬੀਰ ਬਾਦਲ ਨੇ ਇਹ ਕਹਿ ਦਿੱਤਾ ਕਿ ਮੈਂ ਮਾਣਹਾਨੀ ਦਾ ਦਾਅਵਾ ਕਰਨਾ ਹੈ ਕਿ ਅਜੀਤ ਸਿੰਘ ਨਾਂ ਦੇ ਬੰਦੇ ਨੂੰ ਮੈਂ ਨਹੀਂ ਜਾਣਦਾ ਤੇ ਨਾ ਮੈਂ ਉਹਨੂੰ ਕਦੀ ਮਿਲਿਆ। ਤੇ ਕੁੰਵਰ ਵਿਜੇ ਪ੍ਰਤਾਪ ਜੀ ਇਹ ਕਹਿੰਦੇ ਨੇ ਕਿ ਮੈਂ ਉਸ ਗਵਾਹ ਨੂੰ ਜਿਹੜਾ ਆਪਣੇ ਹੱਕ ਵਿੱਚ ਭੁਗਤਾਉਣ ਲਈ ਸ਼੍ਰੋਮਣੀ ਕਮੇਟੀ ਦੇ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਸੋ ਸੁਖਬੀਰ ਬਾਦਲ ਦਾ ਇਹ ਕਹਿਣਾ ਹੈ, ਇਹ ਮਾਣਹਾਨੀ ਦਾ ਕੇਸ ਕਦੋਂ ਆਉਂਦਾ ਇਹ ਤਾਂ ਸੁਖਬੀਰ ਬਾਦਲ ਜਾਣਦੇ ਨੇ। ਬਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਨੇ ਕਿ ਦੇਖਿਓ ਥੋੜੇ ਦਿਨ ਦੀ ਹੋਰ ਗੱਲ ਹੈ, ਇਹ ਆਮ ਆਦਮੀ ਪਾਰਟੀ ਵਿੱਚ ਜਾਣਗੇ ਕੁੰਵਰ ਵਿਜੇ ਪ੍ਰਤਾਪ। ਉਹਨਾਂ ਨੇ ਇਸ ਗੱਲ ਵੱਲ ਇਸ਼ਾਰਾ ਕਰਤਾ। ਹੁਣ ਕਈ ਕੁਝ ਹੋ ਰਿਹਾ ਭਾਰਤ ਦੇ ਵਿੱਚ ਤੇ ਨਾਲ ਪੰਜਾਬ ਦੇ ਵਿੱਚ, ਇਹ ਬੜੀ ਗਹਿਮਾ ਗਹਿਮੀ ਹੈ। ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਜਦੋਂ ਮਨਜ਼ੂਰ ਹੋ ਗਿਆ ਤੇ ਫਿਰ ਹੁਣ ਸਿਆਸਤ ਜਿਹੜੀ ਹੈ ਉਹ ਅੱਗੇ ਵਧੇਗੀ। ਪਰ ਨਾਲ ਦੀ ਨਾਲ ਜਿਹੜੀ ਸਿੱਟ ਦੀ ਜਾਂਚ ਹੈ ਉਸ ਦੇ ਵਿੱਚ ਇੱਕ ਹੋਰ ਕੇਸ ਦਾ ਫੈਸਲਾ ਉਹ ਅੱਜ ਆ ਸਕਦਾ ਹੈ, ਇਹ ਨਹੀਂ ਕਿ ਆਵੇਗਾ। ਜਿਹੜੀ ਸਿੱਟ ਦੀ ਰਿਪੋਰਟ ਰੱਦ ਕੀਤੀ ਗਈ ਹੈ ਅਦਾਲਤ ਵੱਲੋਂ, ਉਹ ਰਿਪੋਰਟ ਹੈ ਕੋਟਕਪੂਰਾ ਗੋਲੀਕਾਂਡ ਦੀ। ਜਿਹੜੀ ਤੇ ਅੱਜ ਸੁਣਵਾਈ ਹੋ ਰਹੀ ਹੈ ਉਹ ਹੈ ਬਹਿਬਲ ਕਲਾਂ ਗੋਲੀਕਾਂਡ ਦੀ। ਹੁਣ ਫਰਕ ਕੀ ਹੈ? ਕੋਟਕਪੂਰਾ ਦੀ ਜਾਂਚ ਜਿਹੜੀ ਸੀ ਮੁਕੰਮਲ ਕਰਕੇ ਕੁੰਵਰ ਵਿਜੇ ਪ੍ਰਤਾਪ ਨੇ ਸੌਂਪ ਦਿੱਤੀ ਹੋਈ ਸੀ ਤੇ ਕੋਰਟ ਨੇ ਕਹਿ ਦਿੱਤਾ ਕਿ ਨਹੀਂ, ਅਸੀਂ ਇਸ ਨੂੰ ਰੱਦ ਕਰਦੇ ਹਾਂ। ਤੇ ਜਿਹੜੇ ਦੋਸ਼ੀ ਕੋਟਕਪੂਰਾ ਦੀ ਜਾਂਚ ਦੇ ਵਿੱਚ ਜਿਨ੍ਹਾਂ ਦੇ ਨਾਮ ਸਨ, ਉਹ ਉਹਨਾਂ ਨੂੰ ਤਾਂ ਰਾਹਤ ਮਿਲੀ, ਪਰ ਬਹਿਬਲ ਕਲਾਂ ਗੋਲੀਕਾਂਡ ਦੀ ਉਸ ਦੀ ਵੀ ਰਿਪੋਰਟ ਜਿਹੜੀ ਕੁੰਵਰ ਵਿਜੇ ਪ੍ਰਤਾਪ ਜੀ ਨੇ ਤਿਆਰ ਕੀਤੀ ਹੋਈ ਹੈ, ਉਹਨਾਂ ਨੂੰ ਵੀ ਰਾਹਤ ਇਹ ਸਮਝ ਕੇ ਮਿਲ ਗਈ। ਉਹ ਹੁਣ ਇਸੇ ਬਿਹਾਫ ਤੇ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਕੋਰਟ ਦੇ ਵਿੱਚ ਕਿ ਜਿਸ ਤਰ੍ਹਾਂ ਉਹ ਜਾਂਚ ਰੱਦ ਕੀਤੀ ਗਈ ਹੈ ਇਸ ਨੂੰ ਵੀ ਰੱਦ ਕਰ ਦਿੱਤਾ ਜਾਵੇ। ਸੋ ਅੱਜ ਉਸ ਦਾ ਫੈਸਲਾ ਆ ਸਕਦਾ ਹੈ ਤੇ ਕੁੰਵਰ ਵਿਜੇ ਪ੍ਰਤਾਪ ਵਾਲੀ ਸਥਿਤੀ ਜਿਹੜੀ ਹੈ, ਉਹਨਾਂ ਦੀ ਸਥਿਤੀ ਥੋੜ੍ਹੀ ਜਿਹੀ ਹੋਰ ਤਰਸਯੋਗ ਹੋ ਸਕਦੀ ਹੈ, ਇਸ ਕਰਕੇ ਕਿਉਂਕਿ ਉਹਨਾਂ ਦੀਆਂ ਪੇਸ਼ ਕੀਤੀਆਂ ਦੋਵੇਂ ਰਿਪੋਰਟਾਂ ਰੱਦ ਹੋ ਸਕਦੀਆਂ ਨੇ ਤੇ ਹੋ ਸਕਦਾ ਹੈ ਕਿ ਕੋਰਟ ਜਿਹੜੀ ਹੈ ਉਹ ਫੈਸਲਾ ਅਜੇ ਰਾਖਵਾਂ ਰੱਖ ਲਵੇ ਤੇ ਅਜੇ ਕੋਈ ਫੈਸਲਾ ਨਾ ਦੇਵੇ। ਤੇ ਕੁਲਦੀਪ ਜੀ, ਢੀਂਡਸਾ ਤੇ ਬ੍ਰਹਮਪੁਰਾ ਗੱਠਜੋੜ ਜਿਹੜਾ ਉਹ ਪੰਜਾਬ ਦੀ ਸਿਆਸਤ 'ਚ ਕਿਹੜਾ ਨਵਾਂ ਰੰਗ ਲੈ ਕੇ ਆਊ ਹੁਣ? ਢੀਂਡਸਾ ਤੇ ਬ੍ਰਹਮਪੁਰਾ ਦੋਵੇਂ ਘਾਗ ਸਿਆਸਤਦਾਨ ਨੇ ਔਰ ਅਕਾਲੀ ਦਲ ਦਾ ਬਹੁਤ ਵੱਡਾ ਹਿੱਸਾ ਰਹੇ ਨੇ ਤੇ ਹੁਣ ਉਹਨਾਂ ਨੇ ਇੱਕ ਹਮਖਿਆਲੀ ਪਾਰਟੀ ਜਿਹੜੀ ਹੈ ਐਲਾਨ ਦੇਣ ਦਾ ਉਹਨਾਂ ਨੇ ਕੱਲ੍ਹ ਐਲਾਨ ਕੀਤਾ। ਪਹਿਲਾਂ ਵੀ ਇਕੱਠੇ ਸਨ ਅਕਾਲੀ ਦਲ ਟਕਸਾਲੀ, ਫਿਰ ਅਲੱਗ ਹੋ ਗਏ, ਪਰ ਹੁਣ ਜਿਹੜਾ ਹੈ ਪ੍ਰਧਾਨ ਜਿਹੜੇ ਹਨ ਨਵੇਂ ਫਰੰਟ ਦਾ, ਨਵੀਂ ਪਾਰਟੀ ਦਾ, ਉਹ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਬਣਾਇਆ ਗਿਆ ਤੇ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਉਹਨਾਂ ਦੇ ਪੁਰਾਣੇ ਕਈ ਸਾਥੀ ਹਨ, ਆਗੂ ਹਨ, ਉਹਨਾਂ ਦੇ ਆਪਣੇ ਬੇਟੇ ਵੀ ਹਨ। ਤੇ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਇੱਕ ਸਾਂਝਾ ਬਿਆਨ ਦਾਗਦੇ ਹੋਏ ਇਹ ਗੱਲ ਆਖੀ ਹੈ ਕਿ ਅਸੀਂ ਹਮਖਿਆਲੀਆਂ ਪਾਰਟੀਆਂ ਨਾਲ ਸਮਝੌਤਾ ਕਰਨ ਦੀ ਸਥਿਤੀ ਵਿੱਚ ਹਾਂ ਤੇ ਅਸੀਂ ਕਰ ਸਕਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਤੇ ਅਕਾਲੀਆਂ ਨੂੰ ਭਜਾਉਣ ਲਈ ਤੇ ਇਹਨਾਂ ਨੂੰ ਸਿਆਸਤ 'ਚੋਂ ਪੰਜਾਬ ਦੀ ਚੋਂ ਹਾਸ਼ੀਏ ਤੇ ਲਿਜਾਣ ਲਈ ਜਾਂ ਬਾਹਰ ਕਰਨ ਲਈ ਕੋਈ ਤੀਜਾ ਜਾਂ ਚੌਥਾ ਫਰੰਟ ਜਿਹੜਾ ਉਹ ਖੜਾ ਕਰੀਏ। ਹੁਣ ਇਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਨਾਂ ਨਹੀਂ ਲਿਆ। ਕਨਸੋਆਂ ਨੇ ਬਹੁਤ ਤਰ੍ਹਾਂ ਦੀਆਂ, ਨਵਜੋਤ ਸਿੱਧੂ ਵੀ ਬਾਗੀ ਹੋਏ ਬੈਠੇ ਨੇ, ਪ੍ਰਗਟ ਸਿੰਘ ਵੀ ਬਾਗੀ ਨੇ ਤੇ ਕਈ ਹੋਰ ਨਾਮ ਇਹੋ ਜਿਹੇ ਜਿਹੜੇ ਅਜੇ ਤੱਕ ਸਾਹਮਣੇ ਨਿਕਲ ਕੇ ਨਹੀਂ ਆਏ, ਉਹ ਵੀ ਬੋਲ ਸਕਦੇ ਨੇ। ਪਰ ਕਿਹੜਾ ਤਰੀਕਾ ਤੇ ਕਿਵੇਂ ਉਹ ਫਰੰਟ ਕਾਇਮ ਹੋਵੇਗਾ ਜਾਂ ਕੀ ਤਰੀਕਾ ਹੋਵੇਗਾ, ਇਹਦੇ ਬਾਰੇ ਛੋਟੀਆਂ ਗੱਲਾਂ ਜਿਵੇਂ ਮੌਜੂਦਾ ਸਰਕਾਰ ਦੀ ਨਿਖੇਧੀ ਜਾਂ ਉਦੋਂ ਪਿਛਲੀ ਸਰਕਾਰ ਦੀ ਜਾਂ ਬੇਅਦਬੀ ਕਾਂਡ ਜਾਂ ਗੋਲੀ ਕਾਂਡ, ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਪਰ ਇਸ ਬਹੁਤ ਜ਼ਿਆਦਾ ਡਿਟੇਲ ਨਹੀਂ ਉਹਨਾਂ ਨੇ ਦਿੱਤੀ। ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਵੇਗਾ ਕਿ ਕਿਹੜੇ ਗੱਠਜੋੜ ਦੀ ਗੱਲ ਕਰ ਰਹੇ ਨੇ। ਤੇ ਨਵਜੋਤ ਸਿੰਘ ਸਿੱਧੂ ਤੇ ਵਕੀਲ ਫੂਲਕਾ ਦੇ ਵਿੱਚ ਵੀ ਚਿੱਠੀਆਂ ਦਾ ਆਦਾਨ ਪ੍ਰਦਾਨ ਹੋ ਰਿਹਾ ਤੇ ਹੁਣ ਨਵਜੋਤ ਸਿੰਘ ਸਿੱਧੂ ਫੂਲਕਾ ਨੂੰ ਕੀ ਕਹਿ ਰਹੇ? ਸੁਰਜੀਤ ਪਾਤਰ ਦੀ ਇੱਕ ਬੜੀ ਖੂਬਸੂਰਤ ਰਚਨਾ ਹੈ, ਖੂਬ ਨੇ ਇਹ ਝਾਂਜਰਾਂ ਛਣਕਣ ਲਈ ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ, ਆਏ ਸਭ ਲਿਸ਼ਕਣ ਲਈ ਗਰਜਣ ਲਈ ਪਰ ਕੋਈ ਇੱਥੇ ਆਇਆ ਨਾ ਬਰਸਣ ਲਈ। ਫੂਲਕਾ ਸਾਹਿਬ ਨੇ ਇਹ ਗੱਲ ਚਿੱਠੀ 'ਚ ਲਿਖ ਦਿੱਤੀ, ਆਹ ਸ਼ੇਰ ਤਾਂ ਨਹੀਂ ਲਿਖਿਆ ਪਰ ਉਹਨਾਂ ਨੇ ਇਹ ਕਹਿ ਦਿੱਤਾ ਕਿ ਹੁਣ ਗਰਜਣ ਦਾ ਸਮਾਂ ਨਹੀਂ ਬਰਸਣ ਦਾ ਸਮਾਂ ਹੈ ਤੇ ਤੁਸੀਂ ਕੋਈ ਕੰਮ ਕਰੋ, ਤੁਸੀਂ ਬਿਆਨ ਦਾਗ ਰਹੇ ਹੋ,
ਸਿੱਧੂ ਸਾਹਿਬ, ਪਰ ਕੋਈ ਕੰਮ ਹੁਣ ਤੁਹਾਨੂੰ ਠੋਸ ਫੈਸਲਾ ਲੈਣਾ ਚਾਹੀਦਾ। ਬਿਲਕੁਲ। ਹੁਣ ਠੋਸ ਫੈਸਲੇ ਵੱਲ ਉਹਨਾਂ ਨੇ ਇਸ਼ਾਰਾ ਵੀ ਕੀਤਾ, ਕਿਉਂਕਿ MLA ਸਨ ਹਰਵਿੰਦਰ ਸਿੰਘ ਫੂਲਕਾ ਵੀ, ਪਰ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੇ, ਤੇ ਨਵਜੋਤ ਸਿੰਘ ਸਿੱਧੂ ਮੰਤਰੀ ਸਨ, ਇਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਸੀ। ਇਹਨਾਂ ਨੇ ਮੰਗ ਕੀਤੀ ਫੂਲਕਾ ਸਾਹਿਬ ਨੇ ਕਿ ਤੁਸੀਂ ਇੱਕ ਵਿਸ਼ੇਸ਼ ਸਦਨ ਇਜਲਾਸ ਬੁਲਾਓ ਜਿਸ ਵਿੱਚ ਇਹ ਸਵਾਲ ਰੱਖਿਆ ਜਾਵੇ ਕਿ ਮੌਜੂਦਾ ਕਾਂਗਰਸ ਸਰਕਾਰ ਬੇਅਦਬੀ ਕਾਂਡ ਤੇ ਗੋਲੀ ਕਾਂਡ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਸਮਰੱਥ ਕਿਉਂ ਨਹੀਂ ਹੋ ਸਕੀ, ਸਫਲ ਕਿਉਂ ਨਹੀਂ ਹੋ ਸਕੀ। ਉਹਨਾਂ ਨੇ ਮੰਗ ਕੀਤੀ ਤੇ ਨਵਜੋਤ ਸਿੰਘ ਸਿੱਧੂ ਨੇ ਥੋੜਾ ਜਿਹਾ ਸੋਚ ਕੇ ਉਹਨਾਂ ਦਾ ਜਵਾਬ ਦਿੱਤਾ ਹੈ, ਲੰਬਾ ਚੌੜਾ ਹੈ, ਥੋੜਾ ਕਨਫਿਊਜ਼ਿੰਗ ਵੀ ਹੈ, ਜਿਸ ਵਿੱਚ ਉਹਨਾਂ ਨੇ ਕੁਝ ਇਸ ਤਰ੍ਹਾਂ ਆਖਿਆ ਕਿ ਫੂਲਕਾ ਸਾਹਿਬ ਤੁਸੀਂ ਅਸਤੀਫਾ ਦੇ ਦਿੱਤਾ, ਅਸਤੀਫਾ ਦੇਣ ਨਾਲ ਕੀ ਹੁੰਦਾ ਤੇ ਮੈਂ ਤੇ ਸਿਸਟਮ ਦੇ ਵਿੱਚ ਰਹਿ ਕੇ ਉਹਨੂੰ ਠੀਕ ਕਰਨਾ ਚਾਹੀਦਾ। ਫਿਰ ਉਹਨਾਂ ਨੇ ਇਸ਼ਾਰਾ ਕੀਤਾ, ਅਸਤੀਫਾ ਤੇ ਉਹਨਾਂ ਨੇ ਖੁਦ ਵੀ ਦਿੱਤਾ ਸੀ, ਉਹਨਾਂ ਨੂੰ ਪਤਾ ਸੀ ਕਿ ਸਵਾਲ ਆਉਣਾ ਹੈ ਉਹ, ਤੇ ਉਹਨਾਂ ਨੇ ਕਹਿ ਦਿੱਤਾ ਦੇਖੋ ਜੀ ਮੈਨੂੰ ਇੱਕ ਅਹੁਦਾ ਦਿੱਤਾ ਗਿਆ, ਜਦੋਂ ਮੈਂ ਉਸ ਅਹੁਦੇ ਤੇ ਰਹਿ ਕੇ ਜਿਹੜਾ ਸੀ ਉਹ ਕੁਝ ਇਸ ਤਰ੍ਹਾਂ ਦੀ ਮੰਗ ਕੀਤੀ ਕਿ ਇਹ ਜਿਹੜੇ ਕੇਸ ਹਨ ਬੇਅਦਬੀ ਦਾ ਤੇ ਗੋਲੀ ਕਾਂਡ ਦਾ, ਇਹਦੀ ਕੋਈ ਗੱਲ ਕੀਤੀ ਜਾਵੇ ਤੇ ਸੋਲਿਡ ਜਿਹੜਾ ਕੋਈ ਪਰਫਾਰਮੈਂਸ ਦਿੱਤੀ ਜਾਵੇ, ਤੇ ਮੈਨੂੰ ਰੋਕ ਦਿੱਤਾ ਗਿਆ ਤੇ ਮੇਰਾ ਅਹੁਦਾ ਬਦਲੀ ਕਰ ਦਿੱਤਾ ਗਿਆ ਤੇ ਮੈਂ ਇਸ ਕਰਕੇ ਅਸਤੀਫਾ ਦੇ ਦਿੱਤਾ। ਪਰ ਵਿਸ਼ੇਸ਼ ਇਜਲਾਸ ਬੁਲਾਉਣ ਦੀ ਗੱਲ ਤੇ ਉਹਨਾਂ ਨੇ ਸਿਰੇ ਤੇ ਇਨਕਾਰ ਦਿੱਤਾ। ਉਹਨਾਂ ਨੇ ਕਿਹਾ ਕਿ ਇਜਲਾਸ ਬੁਲਾਉਣ ਨਾਲ ਕੀ ਹੁੰਦਾ, ਪਹਿਲਾਂ ਵੀ ਇਜਲਾਸ ਬੁਲਾਏ ਗਏ ਸੀ, ਇਹ ਦੱਸਿਆ ਉਹਨਾਂ ਨੇ, ਇਜਲਾਸ ਬੁਲਾਏ ਗਏ ਤੇ ਵਿੱਚੋਂ ਨਿਕਲਿਆ ਕੁਝ ਨਹੀਂ, ਤੇ ਇਸ ਨਾਲ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ, ਇਜਲਾਸ ਵਿੱਚ ਕੋਈ ਠੋਸ ਗੱਲ ਨਹੀਂ ਹੁੰਦੀ। ਇਹ ਗੱਲ ਉਹਨਾਂ ਦੀ ਕਿਸੇ ਹੱਦ ਤੱਕ ਜਾਇਜ਼ ਹੈ ਨਵਜੋਤ ਸਿੱਧੂ ਦੀ। ਹਰਵਿੰਦਰ ਸਿੰਘ ਫੂਲਕਾ ਹੋ ਸਕਦਾ ਨੇ ਕਿ ਆਪਣੇ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਹੋਣ, ਪਰ ਇੱਥੇ ਜਦੋਂ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਨੇ ਕਿ ਇਸ ਗੱਲ ਦਾ ਕੋਈ ਫਾਇਦਾ ਨਹੀਂ ਤੇ ਇਸ ਨਾਲ ਲੋਕਾਂ ਨੂੰ ਗੁੰਮਰਾਹ ਹੀ ਕੀਤਾ ਜਾਂਦਾ ਹੈ, ਇਜਲਾਸ ਨਾਲ ਕੁਝ ਨਿਕਲਣ ਵਾਲਾ ਨਹੀਂ, ਇਹ ਲੱਸੀ ਰੜਕਣ ਵਾਲੀ ਗੱਲ ਹੈ, ਇਹ ਗੱਲ ਵਿੱਚ ਦਮ ਹੈ ਉਹਨਾਂ ਦੇ, ਕਿਉਂਕਿ ਇਜਲਾਸ ਤੇ ਪਹਿਲਾਂ ਵੀ ਆਏ ਨੇ। ਹੁਣ ਉੱਥੇ ਕੀ ਹੁੰਦਾ, ਇੱਕ ਦੂਸਰੇ ਤੇ ਤੋਹਮਤਬਾਜ਼ੀ ਹੁੰਦੀ ਹੈ, ਬਿਆਨਬਾਜ਼ੀ ਹੁੰਦੀ ਹੈ, ਕਦੇ ਕੋਈ ਵਾਕਆਊਟ ਕਰ ਜਾਂਦਾ ਹੈ, ਕਦੇ ਕੋਈ ਵਾਕਆਊਟ ਕਰ ਜਾਂਦਾ ਹੈ, ਇੱਕ ਦੂਸਰੇ ਨੂੰ ਉਹ ਗੱਲਾਂ ਕਹੀਆਂ ਜਾਂਦੀਆਂ ਨੇ, ਗਾਲਾਂ ਤੱਕ ਕੱਢੀਆਂ ਜਾਂਦੀਆਂ ਨੇ ਜਿਹੜੀਆਂ ਆਮ ਲੋਕਾਂ ਦੇ ਵਿੱਚ ਪਹੁੰਚਾਉਂਦੇ ਆ ਵੀ ਫਿਰ ਉਹਨੂੰ ਕਾਰਵਾਈ ਦੇ ਵਿੱਚੋਂ ਕੱਢਿਆ ਜਾਂਦਾ। ਹੁਣ ਇਜਲਾਸ ਦੇ ਵਿੱਚੋਂ ਜਿਹੜੀ ਗੱਲ ਹੁੰਦੀ ਹੈ ਉਸ ਦੇ ਨਾਲ ਕੋਈ ਸਿੱਟਾ ਤਾਂ ਕੋਈ ਨਹੀਂ ਨਿਕਲਦਾ, ਉੱਥੇ ਤਾਂ ਇਹੋ ਹੋ ਸਕਦੀ ਹੈ ਕਿ ਆਹ ਕੰਮ ਇਸ ਤਰ੍ਹਾਂ ਕਰ ਲੈਣਾ ਚਾਹੀਦਾ ਸੀ, ਇਸ ਤਰ੍ਹਾਂ ਕਰ ਲੈਣਾ ਚਾਹੀਦਾ ਸੀ, ਜਾਂ ਉਸ ਦੇ ਵਿੱਚੋਂ ਕੋਈ ਕੇਸ ਥੋੜ੍ਹਾ ਅਦਾਲਤ ਦੇ ਵਿੱਚ ਲੱਗਾ ਹੋਇਆ ਜਿਸ ਨਾਲ ਕੋਈ ਫੈਸਲਾ ਹੋਣਾ ਸੀ। ਨਵਜੋਤ ਸਿੱਧੂ ਨੇ ਇਸ ਗੱਲ ਦਾ ਵੀ ਜਵਾਬ ਦਿੱਤਾ ਕਿ ਇਹ ਕੇਂਦਰ ਦੇ ਜਿਹੜੇ ਸਟੇਟ ਦੇ ਗ੍ਰਹਿ ਮੰਤਰੀ ਹੁੰਦੇ ਨੇ ਉਹਨਾਂ ਨੇ ਫੈਸਲਾ ਕਰਨਾ ਹੁੰਦਾ ਕਿ ਕਿਸ ਤੇ ਕੇਸ ਰਜਿਸਟਰ ਕਰਨਾ, ਕਿਸ ਨੂੰ ਗ੍ਰਿਫਤਾਰ ਕਰਨਾ ਹੈ, ਤਾਂ ਕਿਸ ਕੋਲੋਂ ਜਾਂਚ ਕਰਵਾਉਣੀ ਤੇ ਕਿਸ ਤਰ੍ਹਾਂ ਦੀ ਜਾਂਚ ਕਿੰਨੀ ਛੇਤੀ ਕਰਵਾਉਣੀ ਹੈ। ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਨੀਆਂ ਹੁੰਦੀਆਂ। ਜੇ ਉਹ ਆਪਣਾ ਕੰਮ ਨਹੀਂ ਸਿਰੇ ਤੋਂ ਕਰ ਰਹੇ ਤੇ ਫਿਰ ਸਾਨੂੰ ਇਜਲਾਸ ਬੁਲਾ ਕੇ ਕੀ ਫਾਇਦਾ। ਪਰ ਸਿੱਧੂ ਸਾਹਿਬ ਇੱਥੇ ਰੁਕ ਜਾਂਦੇ ਨੇ, ਉਸ ਤੋਂ ਗਾਂਹ ਫਿਰ ਕਿਤੇ ਨਹੀਂ ਜਾਂਦੇ। ਹਾਲਾਂਕਿ ਮੈਡਮ ਸਿੱਧੂ ਨੇ ਵੀ ਜਿਹੜੀ ਪਹਿਲਾਂ ਇੱਕ ਸੁਰ ਜਿਹੜੀ ਮੈਂ ਪਾਰਟੀ ਦੀ ਗੱਲ ਕੀਤੀ ਸੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਚੌਥੇ ਫਰੰਟ ਦੀ ਜਾਂ ਤੀਜੇ ਫਰੰਟ ਦੀ ਗੱਲ ਕਰ ਰਹੇ ਨੇ, ਉਹ ਵੀ ਕੁਛ ਇਸੇ ਤਰ੍ਹਾਂ ਦੀਆਂ ਸੁਰਾਂ ਅਲਾਪ ਰਹੇ ਨੇ ਤੇ ਇਹ ਵੀ ਕਨਸੋਆਂ ਨੇ ਕਿ ਸਿੱਧੂ ਜੋੜਾ ਅੰਮ੍ਰਿਤਸਰ ਤੋਂ ਲੈ ਕੇ ਹੁਣ ਪਟਿਆਲਾ ਵੱਲ ਨੂੰ ਸ਼ਾਇਦ ਰੁਖ ਕਰਦਾ ਹੋਇਆ ਨਜ਼ਰ ਆਵੇ। ਸੋ ਇਸ ਕਰਕੇ ਇਹ ਜਿਹੜੀ ਹਰਵਿੰਦਰ ਸਿੰਘ ਫੂਲਕਾ ਤੇ ਨਵਜੋਤ ਸਿੰਘ ਸਿੱਧੂ ਦੀ ਗੱਲਬਾਤ ਹੈ ਇਹ ਕਾਫੀ ਇੰਟਰਸਟਿੰਗ ਆ। ਤੇ ਹਰਵਿੰਦਰ ਸਿੰਘ ਫੂਲਕਾ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਟੈਕਨੀਕਲ ਗੱਲਾਂ ਨੇ, ਤੇ ਉਹ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਜਿਸ ਲੈਵਲ ਤੇ ਜਾ ਕੇ ਗੱਲ ਕਰਦੇ ਕਰਦੇ ਫਿਰ ਉਹ ਰੁਕ ਜਾਂਦੇ ਨੇ, ਉਸ ਤੋਂ ਗਾਂਹ ਜਾਣ ਤੇ ਕੋਈ ਇਹੋ ਜਿਹੀ ਗੱਲ ਕਰਨ। ਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਗੱਲ ਕੀਤੀ, ਉਹ ਕਹਿੰਦੇ ਜਦੋਂ ਪਹਿਲਾਂ ਕਾਰਵਾਈ ਹੋਈ ਸੀ ਵਿਧਾਨ ਸਭਾ ਦੀ ਤੇ ਉਸ ਦੇ ਵਿੱਚ ਅਸੀਂ ਨਾਂ ਲੈ ਕੇ ਲੋਕਾਂ ਦੇ ਅਸੀਂ ਸਾਰੇ ਸੀ ਜਿਹੜੇ ਸਬੂਤ ਸੀ ਉਹ ਪੇਸ਼ ਕੀਤੇ। CCTV ਦੀ ਫੁਟੇਜ ਕੋਟਕਪੂਰਾ ਗੋਲੀकांड ਦੀ ਦਿੱਤੀ, ਅਸੀਂ ਕੱਢ ਕੇ ਦਿੱਤੀ, ਜਿਹਦੇ ਬਾਰੇ ਸਰਕਾਰ ਇਹ ਦਾਅਵਾ ਕਰਦੀ ਸੀ ਅਕਾਲੀ ਸਰਕਾਰ ਕਿ ਇਸ ਤਰ੍ਹਾਂ ਦੀ ਫੁਟੇਜ ਹੈ ਹੀ ਕੋਈ ਨਹੀਂ, ਗੋਲੀ ਚੱਲਣ ਦੀ ਘਟਨਾ ਜਿਹੜੀ ਹੈ ਉਹ ਕਿਸ ਸਿਰੇ ਤੋਂ ਇਸ ਤਰ੍ਹਾਂ ਦੀ ਵਾਪਰੀ ਨਹੀਂ ਤੇ ਅਣਪਛਾਤੇ ਲੋਕਾਂ ਦੇ ਕੇਸ ਦਰਜ ਕੀਤਾ ਗਿਆ। ਗੋਲੀ ਚੱਲੀ ਹੈ ਪੁਲਿਸ ਵਾਲਿਆਂ ਨੇ ਜਾਂ ਕਿਸੇ ਨੇ ਚਲਾਈ ਹੈ ਤੇ ਉਸ ਦੀ CCTV ਫੁਟੇਜ ਜਿਹੜੀ ਸੀ ਅਸੀਂ ਦਿੱਤੀ ਹੈ ਤੇ ਦਿਖਾਈ ਹੈ। ਇਹ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਤੇ ਉਸ ਫੁਟੇਜ ਦੇ ਆਧਾਰ ਤੇ ਕੋਈ ਨਾ ਕੋਈ ਠੋਸ ਫੈਸਲਾ ਜਿਹੜਾ ਸੀ ਉਹ ਮੌਜੂਦਾ ਸਰਕਾਰ ਨੂੰ ਲੈਣਾ ਚਾਹੀਦਾ ਸੀ। ਹੁਣ ਜ਼ਿੰਮੇਵਾਰੀ ਤੇ ਜਿਹੜੀ ਮੌਜੂਦਾ ਸਰਕਾਰ ਨੇ ਲਈ ਹੋਈ ਸੀ, ਹੁਣ ਅਦਾਲਤੀ ਕਾਰਵਾਈ ਨੇ ਉਸ ਤੇ ਰੋਕ ਲਾ ਦਿੱਤੀ ਹੈ ਜਾਂ ਕੋਈ ਹੋਰ ਰਾਜਨੀਤਿਕ ਕਾਰਨ ਹੈ, ਇਹ ਤੇ ਸਰਕਾਰਾਂ ਜਾਣਦੀਆਂ ਨੇ। ਪਰ ਨਵਜੋਤ ਸਿੰਘ ਸਿੱਧੂ ਡਾਢੇ ਨਾਰਾਜ਼ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਉਹਨਾਂ ਨੇ 2-4 ਗੱਲਾਂ ਕੀਤੀਆਂ ਕਿ ਮੈਂ ਇਸੇ ਕਰਕੇ ਉੱਥੇ ਗਿਆ ਸੀ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ, ਤਾਂ ਕਿ ਉਸ ਜਗ੍ਹਾ ਤੇ ਜਾਵਾਂ, ਉਸ ਗੁਰੂ ਘਰ ਦੇ ਵਿੱਚ ਜਾਵਾਂ ਜਿੱਥੋਂ ਕੋਈ ਮੈਨੂੰ ਸੇਧ ਪ੍ਰਾਪਤ ਹੋ ਸਕੇ ਤੇ ਜਿੱਥੋਂ ਕੋਈ ਮਾਰਗ ਰੁਸ਼ਨਾਈ ਮੇਰੀ ਹੋ ਸਕੇ, ਜਿਸ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਗੇ ਪਾਸੇ ਵੱਲ ਨੂੰ ਚੱਲ ਸਕੇ। ਕੁਲਦੀਪ ਜੀ, ਸਿਆਸਤ ਦੇ ਵਿੱਚ ਇੱਕ ਦੂਜੇ ਨੂੰ ਦਬਲਣਾ ਤੇ ਅਸੀਂ ਅਕਸਰ ਦੇਖਿਆ ਕਿ ਵਿਰੋਧੀ ਇੱਕ ਦੂਜੇ ਤੇ ਨਿਸ਼ਾਨੇ ਸਾਧਦੇ ਨੇ, ਪਰ ਸੂਬਾ ਸਰਕਾਰ ਨੂੰ ਤੇ ਆਪਣੇ ਮਤਾਂ ਦੇ ਰਹੇ ਨੇ। ਰਵਨੀਤ ਸਿੰਘ ਬਿੱਟੂ ਦਾ ਪਿਛਲੇ ਦਿਨ ਹੀ ਕਹਿਣਾ ਸੀ ਵੀ ਕੈਪਟਨ ਸਾਹਿਬ ਹੁਣ ਕੁਝ ਕਰ ਲਓ, 6 ਮਹੀਨੇ ਰਹਿ ਗਏ, ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਕਿ ਲੋਕਾਂ ਨੇ ਇਹਨਾਂ ਨੂੰ ਸਰਕਾਰ ਬਣਾਇਆ ਤੇ ਸਵਾਲ ਪੁੱਛਣੇ ਜਾਇਜ਼ ਨੇ। ਕੀ ਕਹਿਣਾ ਚਾਹੋਗੇ ਇਸ ਬਾਰੇ? ਸਰਕਾਰ ਤੇ ਸਵਾਲ ਆਪਣੇ ਬੰਦਿਆਂ ਨੇ ਸ਼ੁਰੂ ਤੋਂ ਚੁੱਕੇ ਨੇ। ਸਾਬਕਾ ਪ੍ਰਧਾਨ
ਜਿਹੜੇ ਹਨ ਸ਼ਮਸ਼ੇਰ ਸਿੰਘ ਦੂਲੋਂ ਤੇ ਨਾਲ ਪ੍ਰਤਾਪ ਸਿੰਘ ਬਾਜਵਾ ਤਾਂ ਪਹਿਲਾਂ ਤੋਂ ਨਾਰਾਜ਼ ਚੱਲਦੇ ਰਹੇ ਨੇ। ਜੀ। ਪਰ ਕਈ ਵਾਰੀ ਫਿਰ ਕੋਈ ਇੱਕ ਵਿਚੋਲੀਆ ਜਿਹੜਾ ਹੈ ਕਾਂਗਰਸ ਜਿਹੜੀ ਹੈ ਉਹ ਫਿੱਟ ਕਰ ਦਿੰਦੀ ਹੈ। ਬਿਲਕੁਲ। ਪਹਿਲਾਂ ਆਸ਼ਾ ਕੁਮਾਰੀ ਸੀ ਤੇ ਫਿਰ ਹਰੀਸ਼ ਰਾਵਤ ਨੂੰ ਫਿੱਟ ਕਰ ਦਿੱਤਾ ਗਿਆ। ਲੰਚ ਡਿਪਲੋਮੇਸੀ ਸਿੱਧੂ ਨਾਲ ਵੀ ਹੋਈ ਬਿਲਕੁਲ। ਤੇ ਕੈਪਟਨ ਨਾਲ ਵੀ ਹੋਈ ਤੇ ਦੋਵਾਂ ਨੂੰ ਇਕੱਠੇ ਨੂੰ ਵੀ ਮਿਲੇ ਉਹ ਸਿਸਮਾ ਫਾਰਮ ਤੇ ਮੀਟਿੰਗਾਂ ਵੀ ਹੋਈਆਂ ਪਰ ਕੋਈ ਨਤੀਜਾ ਠੋਸ ਨਿਕਲ ਕੇ ਸਾਹਮਣੇ ਨਹੀਂ ਆਇਆ। ਜੀ। ਕੈਪਟਨ ਸਾਹਿਬ ਥੋੜਾ ਜਿਹਾ ਅੜੀਅਲ ਰਵੱਈਏ ਤੇ ਇਸ ਵੇਲੇ ਚੱਲ ਰਹੇ ਨੇ ਪਰ ਇਸ ਵੇਲੇ ਜੇ ਉਹ ਸਥਿਤੀ ਉਹ ਕਲੀਅਰ ਕਰ ਲੈਣ ਤੇ ਜ਼ਿਆਦਾ ਬਿਹਤਰ ਹੋਵੇਗਾ ਪੰਜਾਬੀਆਂ ਵਾਸਤੇ ਤੇ ਪੰਜਾਬ ਵਾਸਤੇ। ਜੀ ਜੀ ਕੁਲਦੀਪ ਜੀ, ਤੁਸੀਂ ਸਟੂਡੀਓ 'ਚ ਆਏ ਤੇ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਪਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।